ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 91 ਉੱਤੋਂ ਪੰਜਵੀਂ ਪੰਕਤੀ ਹੈ। ਮਹਿਲਾ ਪਹਿਲਾ। ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ, ਕਾਗੋਂ ਹਾਹੇ ਦੇ ਟਿੱਪੀ ਲਾ ਕੇ ਪੜ੍ਹਨਾ, ਕਾਗੋਂ ਹੰਸ ਕਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਸ ਤੇ ਪਰਮਾਤਮਾ ਕਿਰਪਾ ਕਰਦੇ ਉਹ ਭਾਵੇਂ ਹੰਸ ਹੈ ਭਾਵੇਂ ਬਗਲਾ ਹੈ। ਜੋ ਕਿਰਪਾ ਕਰਦੇ ਤਾਂ ਬਗਲੇ ਨੂੰ ਵੀ ਹੰਸ ਬਣਾ ਸਕਦਾ ਹੈ। ਊਂ ਤਾਂ ਬਗਲੇ ਅਤੇ ਹੰਸ ਦਾ ਕੋਈ ਮੇਲ ਨਹੀਂ ਹੈ। ਹੰਸ ਅੰਦਰੋਂ ਬਾਹਰੋਂ ਚਿੱਟਾ ਹੁੰਦਾ, ਬਗਲਾ ਸਿਰਫ ਬਾਹਰੋਂ ਚਿੱਟਾ ਹੁੰਦਾ, ਅੰਦਰੋਂ ਮਨ ਦਾ ਕਾਲਾ ਹੁੰਦਾ। ਜੇ ਮੰਨ ਲਓ ਮੈਂ ਚਿੱਟੇ ਕੱਪੜੇ ਪਾਵਾਂ ਪਰ ਮਨ ਦਾ ਕਾਲਾ ਹੋਵਾਂ, ਫਿਰ ਕੀ ਹੋਏਗਾ? ਬਗਲਾ। ਜੇ ਮੇਰਾ ਮਨ ਵੀ ਸਾਫ਼ ਹੈ ਅਤੇ ਕੱਪੜੇ ਵੀ ਚਿੱਟੇ ਨੇ, ਫਿਰ ਇਸ ਨੂੰ ਕਿਹਾ ਜਾਏਗਾ ਹੰਸ। ਪਰ ਜੇ ਪਰਮਾਤਮਾ ਚਾਹੇ ਤਾਂ ਬਗਲੇ ਨੂੰ ਵੀ ਹੰਸ ਬਣਾ ਸਕਦਾ ਹੈ। ਬਸ ਉਹਦੀ ਕਿਰਪਾ ਦ੍ਰਿਸ਼ਟੀ ਚਾਹੀਦੀ। ਜਾ ਕੋ ਨਜ਼ਰ ਕਰੇ, ਜਿਸ 'ਤੇ ਉਹ ਕਿਰਪਾ ਕਰ ਦਿੰਦਾ ਹੈ। ਜੋ ਤਿਸ ਭਾਵੈ ਨਾਨਕਾ, ਕਾਗੋਂ ਹੰਸ ਕਰੇ। ਜਿਹੜਾ ਉਹਨੂੰ ਚੰਗਾ ਲੱਗਦਾ ਉਸ ਕਾਂ ਨੂੰ ਵੀ ਉਹ ਹੰਸ ਕਰ ਦਿੰਦਾ ਹੈ। ਬਗਲਾ ਦਾ ਕਿਤੇ ਰਿਹਾ, ਬਗਲਾ ਤਾਂ ਫਿਰ ਵੀ ਉੱਤੋਂ ਚਿੱਟਾ ਅਤੇ ਅੰਦਰੋਂ ਕਾਲਾ ਹੈ। ਕਾਂ ਉੱਤੋਂ ਵੀ ਕਾਲਾ ਅੰਦਰੋਂ ਵੀ ਕਾਲਾ। ਉਹ ਬਗਲਾ ਤਾਂ ਕਿਤੇ ਰਿਹਾ ਅਤੇ ਕਾਂ ਨੂੰ ਵੀ ਹੰਸ ਕਰ ਸਕਦਾ ਹੈ। ਕਾਂ ਬਿਰਤੀ ਤੋਂ ਹੰਸ ਬਿਰਤੀ ਮਨੁੱਖ ਦੀ ਕਰ ਸਕਦਾ ਹੈ। ਹੋਰ ਕਾਂ ਨੇ ਤਾਂ ਕਾਂ ਹੀ ਰਹਿਣਾ ਦੇਖਣ ਨੂੰ। ਤਾਂ ਕਾਂ ਨੇ ਉਂਝ ਨਹੀਂ ਸਰੀਰ ਬਦਲ ਕੇ ਕੋਈ ਹੰਸ ਬਣ ਜਾਣਾ। ਬਿਰਤੀ ਸਮਝਾਈ ਹੈ। ਕਾਂ ਉੱਤੋਂ ਵੀ ਕਾਲਾ ਹੈ ਅਤੇ ਖਾਂਦਾ ਵੀ ਗੰਦਮੰਦ ਹੈ। ਬਗਲਾ ਉੱਤੋਂ ਚਿੱਟਾ ਪਰ ਖਾਂਦਾ ਗੰਦਮੰਦ ਹੈ। ਹੰਸ ਉੱਤੋਂ ਚਿੱਟਾ ਪਰ ਖਾਂਦਾ ਹੀਰੇ ਮੋਤੀ ਹੈ। ਫਰਕ ਹੈ। ਕਾਂ ਨੂੰ ਘਟੀਆ ਜਾਨਵਰ ਗਿਣਿਆ ਗਿਆ ਹੈ। ਜੇ ਪਰਮਾਤਮਾ ਚਾਹੇ ਤਾਂ ਘਟੀਆ ਤੋਂ ਘਟੀਆ ਇਨਸਾਨ ਨੂੰ ਵੀ ਵਧੀਆ ਇਨਸਾਨ ਬਣਾ ਸਕਦਾ ਹੈ। ਉਹਦੇ ਲਈ ਕੋਈ ਔਖਾ ਕੰਮ ਨਹੀਂ। ਆਹ ਸਮਝਾਇਆ ਸੀ। ਇੱਕ ਬੰਦਾ ਕਾਂ ਬਿਰਤੀ ਹੈ, ਅਗਰ ਉਹਨੂੰ ਸੋਝੀ ਆ ਜਾਵੇ ਅਤੇ ਫਿਰ ਕਾਂ ਵਾਲੀਆਂ ਆਦਤਾਂ ਦੇ ਵਿੱਚ ਛੱਡ ਅਤੇ ਨਾਮ ਜਪਣਾ ਸ਼ੁਰੂ ਕਰ ਦੇ, ਤਾਂ ਫਿਰ ਇੱਕ ਦਿਨ ਉਹ ਵੀ ਹੰਸ ਹੋ ਜਾਏਗਾ। ਪਰਮਾਤਮਾ ਦੇ ਨਾਮ ਨੇ ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨੇ ਸਾਨੂੰ ਸੰਤ ਮਹਾਤਮਾ ਬਣਾਉਣਾ ਹੁੰਦਾ ਹੈ। ਸੋ ਜੇ ਜਿਸ ਨੂੰ ਉਹ ਚਾਹੇ ਉਹ ਕਾਂ ਨੂੰ ਵੀ ਹੰਸ ਕਰ ਸਕਦਾ ਹੈ। ਉਹਦੇ ਲਈ ਕੋਈ ਔਖਾ ਨਹੀਂ ਹੈ। ਪੌੜੀ। ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਿਧਾਨ, ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਬਾਨ, ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਇਹਨੂੰ ਅਲਖ ਨਹੀਂ ਪੜ੍ਹਨਾ। ਲੱਖ ਹੁੰਦਾ ਜਿਹਦੀ ਸਾਨੂੰ ਸਮਝ ਆ ਜਾਏ। ਅਲਖ ਹੁੰਦਾ ਜੋ ਸਾਡੀ ਸਮਝ ਤੋਂ ਪਰੇ ਹੈ। ਲਾਖੀਆ ਹੁੰਦਾ ਸਮਝ ਲੈਣਾ। ਉਹ ਪਰਮਾਤਮਾ ਜੋ ਅਲਖ ਹੈ, ਜੋ ਸਾਡੀ ਸਮਝ ਤੋਂ ਪਰੇ ਹੈ, ਉਸ ਨੂੰ ਵੀ ਲਿਖਿਆ ਜਾ ਸਕਦਾ ਹੈ, ਉਹਨੂੰ ਵੀ ਸਮਝਿਆ ਜਾ ਸਕਦਾ ਹੈ। ਗੱਲ ਤਾਂ ਪਰਮਾਤਮਾ ਦੀ ਕਿਰਪਾ ਦਾ ਹੈ। ਇਹ ਆਮ ਸ਼ਬਦ ਬੋਲਿਆ ਜਾਂਦਾ। ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕਾਰਜ ਰਾਸ ਹੋ ਜਾਏ, ਕਹਿੰਦੇ ਪਰਮਾਤਮਾ ਨੂੰ ਕਹੋ। ਪਰਮਾਤਮਾ ਨੂੰ ਕਹੋ। ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ। ਪਰ ਉਹ ਕਾਰਜ ਕਦੋਂ ਤੁਹਾਡਾ ਸਵਾਰੇਗਾ? ਜਦੋਂ ਗੁਰੂ ਤੁਹਾਡੀ ਹਮਾਇਤ ਕਰੇਗਾ। ਸਾਖੀ ਪੜ੍ਹਨਾ ਦਾ ਹਮਾਇਤ ਕਰਨਾ। ਗੁਰੂ ਕਹਦੇ ਹਾਂਜੀ ਇਹਦਾ ਕਾਰਜ ਸਵਾਰ ਦਿਓ, ਪੂਰਾ ਸਵਾਰ ਦੇਗਾ। ਇਸ ਲਈ ਆਪਾਂ ਗੁਰੂ ਮਹਾਰਾਜ ਅੱਗੇ ਖਲੋ ਕੇ ਅਰਦਾਸ ਕਰਦੇ ਹਮੇਸ਼ਾ ਵੀ ਮਹਾਰਾਜ ਜੀ ਕਿਰਪਾ ਕਰੋ, ਸਾਡਾ ਕੰਮ ਪਰਮਾਤਮਾ ਤੋਂ ਕਰਾ ਦਿਓ।
ਗੁਰੂ ਜੇ ਹਾਮੀ ਭਰ ਦਿੰਦਾ, ਪਰਮਾਤਮਾ ਫਿਰ ਕਹਿੰਦਾ ਸਾਖੀ ਹੁੰਦਾ ਹਾਮੀ ਭਰਨਾ, ਹਮਾਇਤ ਕਰਨਾ। ਸੋ ਕੀਤਾ ਲੋੜੀਏ ਕੰਮ, ਜੇ ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ, ਕਰਾਉਣਾ ਚਾਹੁੰਦੇ ਹੋ, ਸੋ ਹਰ ਪਿਆ ਕੀ ਤਾਂ ਪਰਮਾਤਮਾ ਨੂੰ ਕਹੋ ਕਾਰਜ ਦੇ ਸਵਾਰ, ਉਹ ਤੁਹਾਡਾ ਕਾਰਜ ਸਵਾਰ ਦੇਗਾ। ਸਤਿਗੁਰ ਸੱਚ ਸਾਖੀ, ਗੁਰੂ ਦੀ ਸੱਚੀ ਹਮਾਇਤ ਰਾਹੀਂ ਗੁਰੂ ਹਮਾਇਤ ਕਰੇਗਾ, ਤੁਹਾਡੀ ਹਾਮੀ ਭਰੇਗਾ, ਫਿਰ ਪਰਮਾਤਮਾ ਤੁਹਾਡੇ ਕਾਰਜ ਸਵਾਰ ਦੇਵੇਗਾ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਸੰਤਾਂ ਦੀ ਸੰਗਤ ਕਰਕੇ ਮਨੁੱਖ ਜਿਹੜਾ ਅੰਮ੍ਰਿਤ ਹੈ ਇਸ ਨੂੰ ਚਖਦਾ ਹੈ। ਅੰਮ੍ਰਿਤ ਪਾਵੇ ਨਾਮ, ਨਾਮ ਨਿਧਾਨ ਹੈ। ਨਾਮ ਹਰ ਇੱਕ ਚੀਜ਼ ਦਾ ਖਜ਼ਾਨਾ ਹੈ। ਨਿਧਾਨ ਖਜ਼ਾਨੇ ਨੂੰ ਕਹਿੰਦੇ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਜੇ ਤੁਹਾਡੇ ਕੋਲ ਥੋੜ੍ਹੀ ਚੀਜ਼ ਹੈ, ਬਹੁਤੀ ਹੋਣੀ ਸ਼ੁਰੂ ਹੋ ਜਾਏਗੀ। ਤੁਹਾਡੇ ਕੋਲ ਥੋੜ੍ਹਾ ਗਿਆਨ ਹੈ, ਤੁਹਾਡਾ ਗਿਆਨ ਵੱਧਦਾ ਜਾਏਗਾ, ਤੁਹਾਡੀ ਗਰੀਬੀ ਘਟਦੀ ਜਾਏਗੀ, ਅਮੀਰੀ ਤੁਹਾਡੀ ਵੱਧਦੀ ਜਾਏਗੀ। ਤੁਹਾਡਾ ਕਾਰੋਬਾਰ ਘੱਟ ਰਿਹਾ, ਉਹ ਵੱਧਦਾ ਜਾਏਗਾ। ਪਰਮਾਤਮਾ ਦਾ ਨਾਮ ਹਰ ਇੱਕ ਚੀਜ਼ ਦਾ ਨਿਧਾਨ ਖਜ਼ਾਨਾ ਹੈ। ਸੋ ਸੰਤਾਂ ਦੀ ਸੰਗਤ 'ਚ ਆ ਕੇ ਪਰਮਾਤਮਾ ਜਿਹੜਾ ਨਾਮ ਅੰਮ੍ਰਿਤ ਹੈ ਨਾ, ਉਸ ਨੂੰ ਬੰਦਾ ਚਖਦਾ, ਉਹਦਾ ਆਨੰਦ ਮਾਣਦਾ। ਨਾਮ ਨੂੰ ਅੰਮ੍ਰਿਤ ਕਿਹਾ ਹੈ। ਸੋ ਨਾਮ ਚਖਣਾ, ਨਾਮ ਦਾ ਸਵਾਦ ਮਾਣਨਾ। ਨਾਮ ਜਪਦਿਆਂ ਜਪਦਿਆਂ ਇੱਕ ਐਸੀ ਵਸਤ ਜਿੱਥੇ ਸਾਨੂੰ ਨਾਮ ਜਪਣ 'ਚ ਬੜਾ ਸਵਾਦ, ਬੜਾ ਆਨੰਦ ਆਉਂਦਾ ਹੈ। ਉੱਥੇ ਜਾ ਕੇ ਫਿਰ ਸਾਡੀ ਗੱਲ ਬਣਨੀ ਸ਼ੁਰੂ ਹੋ ਜਾਂਦੀ ਹੈ। ਅਜੇ ਸਾਡੀ ਗੱਲ ਕਿਉਂ ਨਹੀਂ ਬਣ ਰਹੀ? ਕਿਉਂਕਿ ਅਜੇ ਸਾਨੂੰ ਬਾਣੀ ਪੜ੍ਹਨ, ਨਾਮ ਜਪਣ 'ਚ ਆਨੰਦ ਨਹੀਂ ਆ ਰਿਹਾ। ਸਾਨੂੰ ਇਹਨਾਂ ਦਾ ਗਿਆਨ ਹੋ ਗਿਆ ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ, ਇਸ ਲਈ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ। ਅਜੇ ਇਸ 'ਚ ਆਨੰਦ ਨਹੀਂ ਆਉਂਦਾ। ਜਿੰਨਾ ਚਿਰ ਆਨੰਦ ਨਹੀਂ ਆਉਂਦਾ, ਉਹਨਾਂ ਚਿਰ ਆਤਮਿਕ ਅਵਸਥਾ ਉੱਚੀ ਨਹੀਂ ਹੁੰਦੀ। ਜਦੋਂ ਬਾਣੀ ਪੜ੍ਹਨ 'ਚ ਆਨੰਦ ਆਵੇ, ਨਾਮ ਜਪਣ 'ਚ ਆਨੰਦ ਆਵੇ, ਬਾਣੀ ਪੜ੍ਹਦਿਆਂ ਮਨ ਖੁਸ਼ ਹੋਵੇ, ਨਾਮ ਜਪਦਿਆਂ ਮਨ ਖੁਸ਼ ਹੋਵੇ, ਇਹਦਾ ਮਤਲਬ ਹੁਣ ਗੱਲ ਬਣ ਰਹੀ ਹੈ, ਬਣ ਰਹੀ। ਅਤੇ ਜੇ ਭਾਈ ਬਾਣੀ ਪੜ੍ਹਦਿਆਂ ਨੀਂਦ ਆ ਰਹੀ ਹੈ, ਸਿਮਰਨ ਕਰਦਿਆਂ ਨੀਂਦ ਆ ਰਹੀ, ਇਹਦਾ ਮਤਲਬ ਉਹਦੇ ਵਿੱਚ ਸਾਨੂੰ ਕੋਈ ਆਨੰਦ ਨਹੀਂ ਆ ਰਿਹਾ। ਅਜੇ ਉਸ ਨੂੰ ਅਸੀਂ ਚੱਖ ਹੀ ਨਹੀਂ ਰਹੇ, ਸਿਰਫ ਉੱਤੋਂ ਉੱਤੋਂ ਵੇਖੀ ਵੂਖੀ ਜਾਂਦੇ। ਸੋ ਤਾਂ ਕਹਿੰਦੇ ਸੰਤਾਂ ਦੀ ਸੰਗਤ 'ਚ ਆ ਕੇ ਇਹ ਨਾਮ ਰੂਪੀ ਅੰਮ੍ਰਿਤ ਨੂੰ ਚਖਿਆ ਜਾ ਸਕਦਾ ਹੈ। ਜੋ ਨਾਮ ਜੋ ਖਜ਼ਾਨਾ ਹੈ, ਇਹ ਨਾਮ ਜੋ ਅੰਮ੍ਰਿਤ ਹੈ, ਇਸ ਦਾ ਆਨੰਦ ਮਾਣਿਆ ਜਾ ਸਕਦਾ, ਨੂੰ ਚਖਿਆ ਜਾ ਸਕਦਾ ਹੈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ। ਪਰਮਾਤਮਾ ਹੈਗਾ, ਭੈ ਹੁੰਦਾ ਡਰ, ਭੰਜਨ ਹੁੰਦਾ ਨਾਸ ਕਰਨ ਵਾਲਾ, ਮਿਹਰਬਾਨ ਹੁੰਦਾ ਮਿਹਰ ਕਰਨ ਵਾਲਾ। ਪਰਮਾਤਮਾ ਡਰ ਦਾ ਨਾਸ ਕਰਨ ਵਾਲਾ ਹੈ, ਉਹ ਮਿਹਰਬਾਨ ਹੈ, ਉਹ ਆਪਣੇ ਦਾਸ ਦੀ ਇੱਜ਼ਤ ਰੱਖਦਾ। ਦਾਸ ਉਹਦਾ ਭਗਤ ਜਿਹੜਾ ਹੈ, ਪਰਮਾਤਮਾ ਆਪਣੇ ਭਗਤ ਦੀ ਇੱਜ਼ਤ ਰੱਖਦਾ, ਉਹਦੀ ਰੱਖਿਆ ਕਰਦਾ ਹਰ ਪ੍ਰਕਾਰ ਦੀ। ਹੁਣ ਪ੍ਰਹਿਲਾਦ ਦਾ ਬਾਪ ਕਦੇ ਉਹਨੂੰ ਪਹਾੜ ਤੋਂ ਸੁੱਟਦਾ, ਕਦੇ ਉਹਨੂੰ ਅੱਗ 'ਚ ਸਾੜਦਾ, ਕਦੇ ਉਹਨੂੰ ਪਾਣੀ 'ਚ ਡੋਬਦਾ ਹੈ। ਫਿਰ ਇੱਥੋਂ ਲੈ ਕੇ ਉਹਨੂੰ ਕਹਿੰਦਾ ਇਹ ਥੰਮਲੇ ਨੂੰ ਜੱਫੀ ਪਾ, ਸੜਦੇ ਬਲਦ ਨੂੰ ਉਹ ਜੱਫੀ ਵੀ ਪਾਉਂਦਾ, ਉਹ ਨਹੀਂ ਮਾਰਿਆ। ਫਿਰ ਗੁੱਸੇ 'ਚ ਆਉਂਦਾ ਹੈ ਬਾਪ, ਤਲਵਾਰ ਕੱਢ ਲੈਂਦਾ, ਕਹਿੰਦਾ ਮੈਂ ਦੇਖਦਾ ਤੇਰੇ ਰਾਮ ਨੂੰ ਕੌਣ ਤੈਨੂੰ ਬਚਾਉਂਦਾ। ਅਤੇ ਫਿਰ ਪਰਮਾਤਮਾ ਨੂੰ ਨਾਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਹਿਲਾਦ ਦੇ ਬਾਪ ਹਰਨਾਕਸ਼ ਨੂੰ ਮਾਰਨਾ ਪਿਆ। ਆਪਣੇ ਭਗਤ ਦੀ ਪਰਮਾਤਮਾ ਨੇ ਰੱਖਿਆ ਕੀਤੀ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ, ਉਹ ਦਾਸ ਦੀ ਰੱਖਿਆ ਕਰਦਾ ਹੈ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਉਹ ਪਰਮਾਤਮਾ ਜੋ ਸਾਡੀ ਸਮਝ ਤੋਂ ਪਰੇ ਹੈ, ਜੇ ਅਸੀਂ ਉਹਦੇ ਗੁਣ ਗਾਈ ਜਾਈਏ, ਗਾਈ ਜਾਈਏ, ਗਾਈ ਜਾਈਏ, ਤਾਂ ਉਹੀ ਪਰਮਾਤਮਾ ਜੋ ਅਲਖ ਹੈ, ਜੋ ਸਮਝ ਤੋਂ ਪਰੇ ਹੈ, ਲਾਖੀਏ, ਉਹਦੀ ਸਾਨੂੰ ਸਮਝ ਆ ਜਾਂਦੀ ਹੈ। ਉਸ ਦੀ ਸਾਨੂੰ ਸਮਝ ਆਉਂਦੀ, ਉਹ ਸਾਡੀ ਸਮਝ ਆ ਜਾਂਦਾ ਹੈ। ਇਸ ਵੇਲੇ ਉਹ ਸਾਡੀ ਸਮਝ ਤੋਂ ਉੱਪਰ ਹੈ। ਸ਼ਲੋਕ ਮਹਿਲਾ ਤੀਜਾ। ਜੀਓ ਪਿੰਡ ਸਭ ਤਿਸਕਾ,
ਸਭ ਸਹਿ ਦੇ ਆਧਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ। ਹੋਂ ਬਲਿਹਾਰੀ ਤਿਨ ਕੋ, ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਜੀਓ ਪਿੰਡ ਸਭ ਤਿਸ ਕਾ। ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ। ਸਾਡੀ ਜਿੰਦ, ਸਾਡਾ ਸਰੀਰ ਸਾਰਾ ਉਸੇ ਦਾ ਹੈ। ਕਿਸ ਦਾ? ਪਰਮਾਤਮਾ ਦਾ। ਸਭ ਸਹਿ ਦੇ ਆਧਾਰ, ਉਹ ਸਾਰਿਆਂ ਨੂੰ ਆਧਾਰ ਦਿੰਦਾ ਹੈ, ਸਹਾਰਾ ਦਿੰਦਾ ਹੈ। ਉਹੀ ਸਭ ਨੂੰ ਸਹਾਰਾ ਦਿੰਦਾ। ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ। ਉਹ ਪਰਮਾਤਮਾ ਜਿਹੜਾ ਸਦਾ ਹੀ ਦਾਤਾ ਹੈ। ਦਾਤਾਰ ਮਨੇ ਦਾਤਾ, ਦਾਤਾ ਦੇਣ ਵਾਲਾ। ਗੁਰਮੁਖ ਸੇਵੀ ਹੈ। ਗੁਰਮੁਖ ਬਣ ਕੇ ਉਹਦਾ ਸਿਮਰਨ ਕਰਨਾ ਚਾਹੀਦਾ ਹੈ, ਮਨਮੁਖ ਬਣ ਕੇ ਨਹੀਂ। ਮਨਮੁਖ ਦੀ ਕੀਤੀ ਭਜਨ ਬੰਦਗੀ ਪ੍ਰਵਾਨ ਨਹੀਂ ਹੁੰਦੀ, ਕਿਉਂਕਿ ਹਉਮੈ 'ਚ ਆ ਕੇ ਕਰਦਾ ਹੈ। ਉਹ ਹਉਮੈ 'ਚ ਆ ਕੇ ਕਰਦਾ। ਲੈ, ਜੇ ਇਹ ਵੈਗਰੂ ਵੈਰੂ ਕਹੇ ਮੈਂ ਕਿਉਂ ਨਹੀਂ ਕਰ ਸਕਦਾ? ਜੇ ਇਹ ਬਾਣੀ ਸਿੱਖਦੇ ਨੇ ਮੈਂ ਕਿਉਂ ਨਹੀਂ ਸਿੱਖ ਸਕਦਾ? ਉਹ 'ਚ ਹਉਮੈ ਹੁੰਦੀ ਹੈ। ਇਸ ਲਈ ਉਹਦਾ ਜਪਿਆ ਹੋਇਆ ਨਾਮ ਪ੍ਰਵਾਨ ਨਹੀਂ ਹੁੰਦਾ। ਜਿਹੜਾ ਗੁਰਮੁਖ ਹੁੰਦਾ ਹੈ ਉਹ ਗੁਰੂ ਦੇ ਆਖੇ ਲੱਗਦਾ ਹੈ, ਉਹਦੀ ਆਪਣੀ ਮਰਜ਼ੀ ਹੀ ਨਹੀਂ ਹੁੰਦੀ। ਇਸ ਲਈ ਜਿਹੜਾ ਗੁਰੂ ਦੇ ਆਖੇ ਲੱਗ ਕੇ, ਕਹਿੰਦੇ ਗੁਰੂ ਦੇ ਆਖੇ ਲੱਗ ਕੇ ਸਦਾ ਹੀ ਉਸ ਦਾਤੇ ਦਾ ਸਿਮਰਨ ਕਰਨਾ ਚਾਹੀਦਾ। ਸੇਵੀਆ ਦੋ ਅਰਥ, ਸੇਵਾ ਕਰਨਾ, ਸਿਮਰਨ ਕਰਨਾ। ਹੋਂ ਬਲਿਹਾਰੀ ਤਿਨ ਕੋ, ਤਿਨ ਨੰਨੇ ਦੇ ਪੈਰ 'ਚ ਹਾ। ਤਿੰਨ ਪੜੋਗੇ ਤਾਂ ਫਿਰ 3 1 2 3 ਹੋ ਜਾਏਗਾ। ਤਿੰਨ ਹੋਂ ਬਲਿਹਾਰੀ ਤਿਨ ਕੋ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਜਿਨ ਨੰਨੇ ਦੇ ਪੈਰ 'ਚ ਹਾ ਲਾ ਕੇ ਬੋਲਣਾ। ਜਿਨ, ਹੁਣ ਨੰਨੇ ਨੂੰ ਸਿਹਾਰੀ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਤੁਸੀਂ ਕਹੋ ਤਿੰਨ ਨੰਨੇ ਨੂੰ ਸਿਹਾਰੀ ਕਿਉਂ ਨਹੀਂ? ਅੱਗੇ ਕਹੋ ਆ ਗਿਆ। ਜਦੋਂ ਅੱਗੇ ਸੰਬੰਧਕ ਆ ਜੇ ਤਾਂ ਸ਼ਬਦ ਹੇਠਾਂ ਜਿਹੜਾ ਔਂਕੜ ਜਾਂ ਸਿਹਾਰੀ ਲੱਗੀ ਹੁੰਦੀ ਹੈ ਉਹ ਖਤਮ ਹੋ ਜਾਂਦਾ ਹੈ। ਇਸ ਕਰਕੇ ਇਹ ਤੇ ਤਿੰਨ ਉਂਝ ਦੇ ਦੇਖੀਏ ਤਾਂ ਬਹੁਵਚਨ ਹੈ, ਕਿ ਉਹ ਨੰਨੇ ਨੂੰ ਸਿਹਾਰੀ ਨਹੀਂ ਹੈ, ਪਰ ਹੈ ਨੰਨੇ ਨੂੰ ਸਿਹਾਰੀ ਵਾਲਾ। ਉਹ ਤੇ ਕਉ ਕਾਰਨ ਸਿਹਾਰੀ ਕੱਟ ਗਈ ਹੈ ਇੱਕ ਵਚਨ। ਹਾਂ ਬਲਿਹਾਰੀ ਤਿੰਨ ਕੋ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਜਿਨ, ਜਿਸ ਨੇ ਧਿਆਇਆ ਹਰ ਨਿਰੰਕਾਰ, ਜਿਸ ਨੇ ਪਰਮਾਤਮਾ ਦਾ ਨਾਮ ਜਪਿਆ। ਜਿਨ ਨੰਨੇ ਨੂੰ ਸਿਹਾਰੀ ਲੱਗੀ ਹੈ, ਜਿਸ ਨੇ ਪਰਮਾਤਮਾ ਦਾ ਨਾਮ ਜਪਿਆ, ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਕਹਿੰਦੇ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਮੁਖ ਤੇ ਸਦੇ ਉਜਲੇ ਨੇ। ਉਹ ਕਾਲੇ ਮੂੰਹ ਵਾਲੇ ਨਹੀਂ ਹੈਗੇ, ਉਹਨਾਂ ਦੇ ਮੁਖ ਉਜਲੇ ਨੇ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਮੁਖ ਉਜਲੇ ਹੋ ਗਏ। ਸਾਰਾ ਸੰਸਾਰ ਉਹਨਾਂ ਨੂੰ ਹੁਣ ਨਮਸਕਾਰਾਂ ਕਰਦਾ ਹੈ, ਕਿਉਂਕਿ ਨਾਮ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਨਾਮ ਨੇ ਵੱਡਿਆਂ ਵੱਡਿਆਂ ਨੂੰ ਤੁਹਾਡੇ ਅੱਗੇ ਝੁਕਾ ਦੇਣਾ ਹੈ। ਨਾਮ 'ਚ ਤਾਕਤ ਹੀ ਇੰਨੀ ਹੈ। ਨਾਮ ਜਪਣ ਵਾਲਾ ਕੋਈ ਡੰਡੇ ਦਾ ਜ਼ੋਰ ਨਹੀਂ ਲਾਉਂਦਾ। ਪਦਵੀ ਵਾਲਾ ਤਾਂ ਆਪਣੀ ਪਦਵੀ ਦਾ ਰੋਹ ਪਾ ਕੇ ਵੀ ਦੂਜਾ ਤਾਂ ਆਪਣੀ ਗੱਲ ਬਣਵਾ ਸਕਦਾ ਹੈ। ਨਾਮ ਜਪਣ ਵਾਲਾ ਕਿਸੇ 'ਤੇ ਕੋਈ ਰੋਹਬ ਨਹੀਂ ਪਾਉਂਦਾ ਕਿ ਤੁਸੀਂ ਮੇਰਾ ਸਤਿਕਾਰ ਕਰੋ। ਨੋ, ਨਾਮ 'ਚ ਤਾਕਤ ਹੀ ਇੰਨੀ ਹੈ ਕਿ ਨਾਮੀ ਦੇ ਸਾਹਮਣੇ ਜਿਹੜਾ ਆਉਂਦਾ ਹੈ ਉਹਦਾ ਆਪਣੇ ਆਪ ਹੀ ਸਿਰ ਝੁਕ ਜਾਂਦਾ ਹੈ। ਸੋ ਇਸ ਕਰਕੇ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ। ਸਾਰਾ ਸੰਸਾਰ ਉਹਨਾਂ ਨੂੰ ਨਮਸਕਾਰ ਕਰਦਾ ਹੈ। ਮਹਿਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ, ਨਵ ਨਿਤ ਖਰਚਿਓ ਖਾਓ।
ਜਦੋਂ ਗੁਰੂ ਨਾਲ ਮੇਲ ਹੁੰਦਾ ਨਾ, ਉਲਟੀ ਪਈ ਮੱਤ ਬਦਲ ਜਾਂਦੀ ਹੈ। ਹੁਣ ਦੇਖੋ, ਸੱਜਣ ਠੱਗ ਹੈ, ਮੱਤ ਠੱਗੀਆਂ ਕਰਨ ਵਾਲੇ ਪਾਸੇ ਲੱਗੀ ਹੋਈ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨਾਲ ਮੇਲ ਗਿਆ, ਮੱਤ ਬਦਲ ਗਈ ਨਾ, ਸਭ ਠੱਗੀਆਂ ਠੁੱਗੀਆਂ ਛੱਡ ਕੇ ਭਜਨਬੰਦੀ ਕਰਨ ਲੱਗ ਪਿਆ। ਗੁਰੂ ਨੂੰ ਮਿਲਣ ਤੋਂ ਬਾਅਦ ਜਿਹੜੀ ਸਾਡੀ ਮੱਤ ਹੈ ਇਹ ਬਦਲ ਜਾਂਦੀ ਹੈ। ਨਵ ਨਿਤ ਖਰਚਿਓ ਖਾਓ, ਖਰਚ ਬਣੇ ਖਰਚਦੇ ਰਹੋ, ਖਾਓ ਖਾਂਦੇ ਰਹੋ। ਫਿਰ ਜਦੋਂ ਮੱਤ ਬਦਲ ਗਈ, ਫਿਰ ਬੰਦਾ ਜਪੇਗਾ ਨਾਮ। ਫਿਰ ਇਹਦੇ ਕੋਲ ਨਾਮ ਜਿਹੜਾ ਹੈ ਉਹਨੂੰ ਕਿਹਾ ਨਵਨਿਧ, ਕਿਉਂਕਿ ਨਾਮ ਦੇ ਵਿੱਚ 9 ਨਿਧੀਆਂ ਹੁੰਦੀਆਂ। ਸੰਸਾਰ ਦੇ ਸਾਰੇ ਸੁੱਖ ਉਹਨੂੰ ਨਵਨਿਧੀ ਕਹਿੰਦੇ। 18 ਸਿੱਧੀ, ਸਾਰੀਆਂ ਕਰਾਮਾਤੀ ਸ਼ਕਤੀਆਂ ਉਹ 18 ਧਰਮ ਵਾਲਿਆਂ ਨੇ ਗਿਣੀਆਂ ਹੋਈਆਂ। ਜਿਹੜਾ ਧਨ ਹੈ ਉਹ 9 ਨਿਧੀ ਗਿਣਿਆ ਗਿਆ ਹੈ। ਸੋ ਨਾਮ ਜਪਣ ਵਾਲੇ ਕੋਲ ਦੋਨੋਂ ਚੀਜ਼ਾਂ ਆਉਂਦੀਆਂ, 9 ਨਿਧੀਆਂ ਵੀ ਹੁੰਦੀਆਂ ਅਤੇ 18 ਸਿੱਧੀਆਂ ਵੀ ਹੁੰਦੀਆਂ। 18 ਸਿੱਧੀ ਨਵ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਸੋ ਜਿਹੜਾ ਸਦਾ ਹੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖਦਾ, ਪਰ ਪਰਮਾਤਮਾ ਨੂੰ ਭੁੱਲਦਾ ਨਹੀਂ ਹੈ, ਉਹਦੇ ਕੋਲ 9 ਨਿਧੀਆਂ 18 ਸਿੱਧੀਆਂ ਹੁੰਦੀਆਂ ਹਨ। ਅਤੇ ਲੋਕਾਂ ਨੂੰ 9 ਨਿਧੀਆਂ ਚਾਹੀਦੀਆਂ, ਇਸ ਲਈ ਉਹਦੇ ਕੋਲ ਆਉਂਦੇ ਨੇ, ਇਸ ਲਈ ਉਹਦੇ ਕੋਲ ਆਉਂਦੇ ਵੀ ਇਹਦੇ ਕੋਲ ਆਪਣਾ ਕੋਈ ਰਿਸ਼ਤੇਦਾਰ ਅਮੀਰ ਹੋਵੇ, ਲੋੜ ਪੈਣ 'ਤੇ ਆਪਾਂ ਉਹਦੇ ਕੋਲ ਹੀ ਜਾਂਦੇ। ਗਰੀਬ ਰਿਸ਼ਤੇਦਾਰ ਕੋਲ ਤਾਂ ਨਹੀਂ ਜਾਂਦੇ, ਆਪਾਂ ਉਹਦੇ ਕੋਲ ਪੈਸਾ ਵੀ ਮੰਗਾਂਗੇ, ਕੋਈ ਦੇ ਦੇਗਾ। ਜਦੋਂ ਫਿਰ ਸਾਧੂਆਂ ਕੋਲ 9 ਨਿਧੀਆਂ ਅਤੇ 18 ਸਿੱਧੀਆਂ ਦੋਨੋਂ ਹੀ ਹੁੰਦੀਆਂ ਨੇ, ਫਿਰ ਇਸ ਲਈ ਲੋੜਵੰਦ ਆਉਂਦੇ ਰਹਿੰਦੇ ਹਨ, ਆਪਣੇ ਆਪ ਹੀ ਆਉਂਦੇ। ਸਾਡਾ ਟੀਚਰ ਸੀ, ਕਹਿੰਦਾ ਜੈਮਲ ਸਿੰਘ, ਹਿੰਦੁਸਤਾਨ ਦੀ ਆਬਾਦੀ ਬਹੁਤ ਹੈ, ਇੱਥੇ ਤੁਸੀਂ ਕਾਸੇ ਦੀ ਦੁਕਾਨ ਖੋਲ੍ਹੋ, ਗਾਹਕ ਆ ਜਾਣਗੇ। ਇਹ ਤਾਂ ਐਵੇਂ ਲੋਕ ਗਾਹਕ ਨਹੀਂ ਹੈਗੇ ਜੀ। ਇਹ ਕੋਈ ਕੈਨੇਡਾ ਵੀ ਜਿੱਥੇ 3 ਕਰੋੜ ਦੀ ਕੁੱਲ ਆਬਾਦੀ ਹੈ, ਸਾਡਾ 133 ਕਰੋੜ ਦੀ ਆਬਾਦੀ, ਇੰਨੀ ਦੁਨੀਆ ਹੈ, ਕਾਸੇ ਦੀ ਦੁਕਾਨ ਖੋਲ੍ਹੋ, ਗਾਹਕ ਆਏਗਾ। ਕਹਿੰਦਾ ਜਿਵੇਂ ਮਖੌਲੀਆ ਸੀ ਉਹ, ਕਹਿੰਦਾ ਤੁਸੀਂ ਦੁਕਾਨ ਖੋਲ੍ਹੋ ਅਤੇ ਬਾਹਰ ਲਿਖੋ, ਇੱਥੇ ਬਦਮਾਸ਼ੀ ਸਿਖਾਈ ਜਾਂਦੀ ਹੈ, ਸਮਾਂ ਸ਼ਾਮ ਨੂੰ 6 ਤੋਂ 8। ਕਹਿੰਦੇ ਕਈ ਆ ਜਾਣਗੇ, ਕਿਤੇ ਕਈ ਆ ਜਾਣਗੇ। ਇਸ ਲਈ ਕਹਿੰਦਾ ਕਾਸੇ ਦੀ ਦੁਕਾਨ ਖੋਲ੍ਹ ਲਓ, ਗਾਹਕ ਤੇ ਆਏਗੇ। ਨਾਲੇ ਗੁੜ ਅਤੇ ਮੱਖੀਆਂ ਤਾਂ ਆਉਣੀਆਂ ਹੀ ਹੋਣੀਆਂ। ਸੰਤ ਮਹਾਤਮਾ ਗੁੜ ਹੁੰਦੇ ਨੇ, ਅਸੀਂ ਮੱਖੀਆਂ, ਅਸੀਂ ਮੱਖੀਆਂ। ਗੁੜ ਜਿੱਥੇ ਗੁੜ ਹੋਊਗਾ, ਮੱਖੀਆਂ ਤਾਂ ਆਉਣਗੀਆਂ ਹੀ ਆਉਣਗੀਆਂ। ਗੁੜ ਨਹੀਂ ਮੱਖੀਆਂ ਨੂੰ ਸੱਦਾ, ਗੁੜ ਵਾਜਾ ਨਹੀਂ ਮਾਰਦਾ ਮੱਖੀਆਂ ਨੂੰ ਵੀ ਤੁਸੀਂ ਆਓ ਮੈਂ ਗੁੜ ਹਾਂ ਨਾ। ਮੱਖੀਆਂ ਨੂੰ ਪਤਾ ਹੈ ਇਹ ਗੁੜ ਹੈ, ਗੁੜ ਨਹੀਂ ਮੱਖੀ ਨੂੰ ਇਨਵਾਈਟ ਕਰਦਾ। ਮੱਖੀਆਂ ਨੂੰ ਗੁੜ ਪਤਾ ਹੈ, ਗੁੜ ਹੈ, ਇਹ ਮਿੱਠਾ ਹੈ। ਮੱਖੀ ਮਿੱਠਾ ਮਰਨਾ, ਮੱਖੀ ਮਿੱਠੇ 'ਤੇ ਮਰਦੀ ਹੈ, ਆਪੇ ਆਉਣਗੇ। ਇਸ ਲਈ ਸੰਤਾਂ ਮਹਾਤਮਾ ਦੀ ਇੱਕ ਦੁਕਾਨ ਹੁੰਦੀ ਹੈ, 9 ਨਿਧੀਆਂ ਦੀ, 18 ਸਿੱਧੀਆਂ ਦੀ। ਫਿਰ ਸਾਡੇ ਵਰਗੇ ਗਾਹਕ ਉੱਥੇ ਜਾਂਦੇ ਨੇ। ਇਸ ਲਈ ਕਹਿੰਦੇ ਜਦੋਂ ਗੁਰੂ ਮਿਲਦਾ ਹੈ, ਮੱਤ ਬਦਲ ਜਾਂਦੀ ਹੈ, ਭੈੜੀ ਮੱਤ ਸਮੱਤ 'ਚ ਬਦਲ ਜਾਂਦੀ ਹੈ। ਫਿਰ ਇਹ ਨਾਮ ਜਪਦਾ, ਫਿਰ ਇਹਦੇ ਕੋਲ 9 ਨਿਧੀ ਹੁੰਦੀ ਹੈ। ਫਿਰ ਖਾਓ ਅਤੇ ਖਰਚੋ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ। ਨਾਮ ਜਪਣ ਵਾਲਾ ਆਪਣੇ ਘਰ 'ਚ ਵਸਦਾ। ਇਹ ਨਹੀਂ ਕਿ ਕੋਈ ਜਿਹੜਾ ਘਰ ਜਿਹੋ ਜਿਹਾ ਆਪਣਾ ਘਰ, ਇਸ ਨਹੀਂ, ਆਪਣੇ ਹਿਰਦੇ 'ਚ। ਕਿਉਂਕਿ ਉਹਦਾ ਜਿਹੜਾ ਮਨ ਹੈ ਭਟਕਣਾ ਬੰਦ ਕਰ ਦਿੰਦਾ ਹੈ, ਆਪਣੇ ਨਿੱਜ ਥਾਂ 'ਤੇ ਆ ਕੇ ਟਿਕ ਜਾਂਦਾ ਹੈ। ਟਿਕਿਆ ਹੋਇਆ ਮਨ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਟਿਕਿਆ ਹੋਇਆ ਮਨ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਜਦੋਂ ਕਦੇ ਕਿਸੇ ਦਾ ਮਨ 1-2 ਮਿੰਟ ਲਈ ਵੀ ਟਿਕ ਗਿਆ, ਉਹਦੀ ਸਮਾਧੀ ਲੱਗ ਜਾਣੀ। ਫਿਰ ਉਹਨੂੰ ਪਤਾ ਲੱਗਦਾ ਵੀ ਹਾਂ, ਸਮਾਧੀ ਕਹਿੰਦੇ ਕਿਹਨੂੰ ਨੇ। ਇਹ ਟਿਕੇ ਹੋਏ ਮਨ 'ਚ ਬੇਅੰਤ ਸ਼ਕਤੀਆਂ ਆਉਂਦੀਆਂ ਨੇ। ਟਿਕਿਆ ਹੋਇਆ ਮਨ 'ਚ ਸਮਾਧੀ ਲੱਗੀ, ਅਸੀਂ ਪਰਮਾਤਮਾ ਦਰ 'ਤੇ ਚਲੇ ਗਏ।
ਇਸ ਲਈ ਕਹਿੰਦੇ ਨੇ। ਫਿਰ ਜਦੋਂ ਗੁਰੂ ਮਿਲਦਾ ਹੈ, ਮੱਤ ਬਦਲ ਗਈ ਹੈ, ਫਿਰ 18 ਸਦੀਆਂ ਪਿੱਛੇ ਲੱਗੀਆਂ ਫਿਰਦੀਆਂ। ਨਿਜ ਘਰ ਵਸੈ ਨਿਜ ਥਾਂ, ਮਨੁੱਖ ਦਾ ਮਨ ਜਿਹੜਾ ਆਪਣੇ ਅਸਲੀ ਟਿਕਾਣੇ 'ਤੇ ਆ ਜਾਂਦਾ ਹੈ। ਫਿਰ ਮਨ ਭਟਕਣਾ ਬੰਦ ਕਰ ਦਿੰਦਾ ਹੈ, ਆਨੰਦ ਮਾਣਦਾ ਰਹਿੰਦਾ, ਅਡੋਲ ਰਹਿੰਦਾ ਹੈ। ਫਿਰ ਕੀ ਜਦੋਂ ਮਨ ਅਡੋਲ ਹੁੰਦਾ ਫਿਰ ਕੀ ਸੁਣਦਾ? ਅਨਹਦ ਧੁਨੀ ਸਦ ਵੱਜਦੇ, ਹੁਣ ਮਨ ਹਰ ਲਿਵ ਲਾਏ। ਫਿਰ ਜਿਹੜੀ ਅਨਹਦ ਨਾਦ ਸਦਾ ਹੀ ਸਾਡੇ ਅੰਦਰ ਵੱਜ ਰਿਹਾ ਹੈ। ਅਨ ਹੁੰਦਾ ਆਪਣੇ ਆਪ ਵੱਜਣ ਵਾਲਾ, ਧੁਨੀ ਮੈਨੇ ਨਾਦ, ਸੰਗੀਤ, ਰੱਬੀ ਆਵਾਜ਼। ਰੱਬੀ ਆਵਾਜ਼ ਸਾਡੇ ਅੰਦਰ ਸਦਾ ਹੀ ਹੈ, ਰੱਬੀ ਸੰਗੀਤ ਸਾਡੇ ਅੰਦਰ ਸਦਾ ਹੀ ਵੱਜ ਰਿਹਾ ਹੈ। ਫਿਰ ਬੰਦੇ ਦੀ ਉਨਮਨੀ ਅਵਸਥਾ ਹੋ ਜਾਂਦੀ ਹੈ, ਮਾਇਆ ਦੇ ਤਿੰਨਾਂ ਗੁਣਾਂ ਤੋਂ ਟੱਪ ਜਾਂਦਾ ਉਹ। ਮਾਇਆ ਦਾ ਪਹਿਲਾ ਘਟੀਆ ਗੁਣ ਹੈ ਤਮੋ, ਉਹਦੇ ਉੱਪਰ ਹੈ ਰਜੋ, ਉਹਦੇ ਉੱਤੇ ਹੈ ਸਤੋ। ਪਰ ਤਿੰਨੋਂ ਗੁਣ ਮਾਇਆ ਦੇ ਅਧੀਨ ਨੇ। ਇਹਨਾਂ ਤਿੰਨਾਂ ਤੋਂ ਉੱਪਰ ਫਿਰ ਕਹਿੰਦੇ ਚੌਥਾ ਪਦ ਸਹਿਜ ਪਦ, ਉਨਮਨੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ। ਉੱਥੇ ਪਹੁੰਚੀ ਜਿੱਥੇ ਆਨੰਦ ਜਿਹਨੂੰ ਕਹਿੰਦੇ, ਉਸ ਵਾਸਤੇ ਪਹੁੰਚ ਹਰ ਲਿਵ ਲਾ, ਉਹਦੀ ਲਿਵ ਪਰਮਾਤਮਾ ਲੱਗੀ ਰਹਿੰਦੀ ਹੈ। ਉਹ ਫਿਰ ਜੇ ਧੁਨੀ ਵੱਜ ਰਹੀ ਹੈ ਉਹਨੂੰ ਸੁਣਦਾ ਰਹਿੰਦਾ, ਉਹਦੀ ਲਿਵ ਲੱਗੀ ਰਹਿੰਦੀ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਪਰਮਾਤਮਾ ਨੇ ਜਿਨ੍ਹਾਂ ਦੇ ਮੱਥੇ ਦੇ ਧੁਰੋਂ ਹੀ ਲਿਖਿਆ ਹੋਇਆ ਹੈ, ਉਹਨਾਂ ਨੂੰ ਜਿਹੜੀ ਪਰਮਾਤਮਾ ਦੀ ਭਗਤੀ ਹੈ, ਹਰ ਭਗਤ ਪਰਮਾਤਮਾ ਦੀ ਭਗਤੀ ਉਹਨਾਂ ਦੇ ਮਨ 'ਚ ਵਸ ਜਾਂਦੀ ਹੈ। ਕਿਹਨਾਂ ਦੇ ਮਨ 'ਚ ਵਸਦੀ ਹੈ? ਜਿਹੜੇ ਲਿਖਾ ਕੇ ਲੈ ਧੁਰੋਂ। ਕੁਝ ਨਾਮ ਜਪਣਾ ਲਿਖਾ ਕੇ ਲੈ ਆਉਂਦੇ ਨੇ, ਕੁਝ ਲਿਖਾ ਵਿੱਚ ਤੇ ਨਾਮ ਤੇਰੇ ਹਿਰਦੇ 'ਚ ਵਸ ਜਾਏਗਾ। ਕੋਈ ਲਿਖਾ ਤੂੰ ਸੰਤ ਬਣੇਗਾ, ਬ੍ਰਹਮ ਗਿਆਨੀ ਬਣੇਗਾ, ਜਿਵੇਂ ਲਿਖਾ ਕੇ ਲਿਆ ਉਸੇ ਤਰ੍ਹਾਂ ਉਹਦਾ ਸੁਭਾਅ ਹੋ ਜਾਂਦਾ, ਆਦਤਾਂ ਹੋ ਜਾਂਦੀ। ਜਿਹੜੀਆਂ ਸਾਡੀਆਂ ਇਸ ਵੇਲੇ ਆਦਤਾਂ ਨੇ, ਸਾਡਾ ਸੁਭਾਅ ਹੈ, ਇਹ ਤਾਂ ਅਸੀਂ ਲਿਖਾ ਕੇ ਲਿਆਏ ਹਾਂ, ਤਾਂ ਸਾਡਾ ਇਹੋ ਜਿਹਾ ਸੁਭਾਅ ਹੈ। ਪਰਮਾਤਮਾ ਨੇ ਕਿਸੇ ਲਿਖਤਾ ਤੂੰ ਚੋਰੀਆਂ ਕਰੇਂਗਾ, ਉਹਦਾ ਸੁਭਾਅ ਹੀ ਚੋਰੀਆਂ ਕਰਨ ਦਾ। ਉਹ ਗੁਰਦੁਆਰੇ ਬੈਠਾ ਵੀ ਚੋਰੀਆਂ ਕਰੀ ਜਾਏਗਾ। ਉਹ ਗੁਰਦੁਆਰੇ 'ਚ ਬੈਠਾ ਗੁਰੂ ਦੀ ਹੀ ਚੋਰੀ ਕਰ ਲਏਗਾ, ਦੂਜੇ ਤਾਂ ਗੱਲ ਹੀ ਛੱਡੋ। ਹੁਣ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਗੁਰੂ ਦੀ ਮਾਇਆ ਨੂੰ ਹੀ ਚੁੱਕ ਰਿਹਾ, ਚੋਰੀ ਕਰ ਰਿਹਾ, ਉਹਦਾ ਛੁਟਕਾਰਾ ਤਾਂ ਹੋ ਹੀ ਨਹੀਂ ਸਕਦਾ। ਆਪਾਂ ਕਿਸੇ ਦੇ ਘਰ ਚੋਰੀ ਕਰੀਏ ਤਾਂ ਹੋ ਸਕਦਾ ਗੁਰੂ ਮਹਾਰਾਜ ਤੋਂ ਬਖਸ਼ਾ ਲਈਏ। ਗੁਰੂ ਦੀ ਹੀ ਚੋਰੀ ਕਰ ਰਹੀ ਹੈ, ਗੋਲਕ ਦੀ ਹੀ ਚੋਰੀ ਕਰ ਲਈ ਹੈ। ਗੋਲਕ ਚੱਕਰ ਹੈ ਦੇ ਕਈ ਗੋਲਕ ਦੇ ਵਿੱਚੋਂ ਪੈਸੇ ਕੱਢ ਲੈਂਦੇ ਨੇ ਚੋਰੀ। ਕਈ ਗੋਲਕ ਗਿਣਦਿਆਂ ਹੋਏ 2-2 ਹਜ਼ਾਰ ਦੇ ਨੋਟ, 500-500 ਦੇ ਨੋਟ ਜੇਬ 'ਚ ਪਾ ਲੈਂਦੇ ਨੇ। ਜਿਹੜੀ ਚੀਜ਼ ਗੋਲਕ ਚਾਹੇ ਗੁਰੂ ਦੀ ਹੋ ਗਈ ਨਾ। ਜਦੋਂ ਤੁਸੀਂ ਗੋਲਕ 'ਚ ਪੈਸੇ ਪਾਤੇ, ਇਹ ਕਮੇਟੀ ਦੇ ਨਹੀਂ, ਇਹਨੇ ਗੁਰੂ ਦੇ। ਇਹ ਕਿਤੇ ਪੈਸੇ ਹੋ ਗਏ ਗੁਰੂ ਦੇ। ਕਮੇਟੀ ਫਿਰ ਜੇ ਤਾਂ ਉਹਨਾਂ ਪੈਸੇ ਨੂੰ ਸਹੀ ਵਰਤੇਗੀ, ਫਿਰ ਤਾਂ ਇਹਨਾਂ ਦਾ ਹੋ ਜਾਏਗਾ ਭਲਾ। ਅਤੇ ਜੇ ਇਹੀ ਗੜਬੜ ਲੱਗੇ ਕਰਨ ਤਾਂ ਫਿਰ ਠੀਕ ਹੈ, ਫਿਰ ਛਿੱਤਰ ਤੇ ਤਿਆਰ ਹੀ ਤਿਆਰ ਨੇ। ਗੁਰੂ ਕਹੇ ਤੁਸੀਂ ਮੈਨੂੰ ਹੀ ਨਹੀਂ ਛੱਡਿਆ, ਲੋਕਾਂ ਨੂੰ ਤਾਂ ਤੁਸੀਂ ਕੀ ਛੱਡਣਾ ਸੀ, ਤੁਸੀਂ ਮੈਨੂੰ ਹੀ ਨਹੀਂ ਛੱਡਿਆ। ਪਰ ਨਾ ਗਿਆਨ ਹੋਣ ਕਾਰਨ ਮੈਂ ਤਾਂ ਕਈ ਵਾਰੀ ਅਖਬਾਰਾਂ 'ਚ ਤਾਂ ਗੁਰਦੁਆਰੇ ਦੀ ਗੋਲਕ ਹੀ ਚੱਕ ਕੇ ਲੱਗੇ, ਬਾਹਰ ਖੇਤਾਂ ਤੋੜ ਕੇ ਵਿੱਚੋਂ ਪੈਸੇ ਕੱਢ ਲਏ। ਪਤਾ ਨਹੀਂ ਲੋਕਾਂ ਦਾ ਕੀ ਬਣੇਗਾ। ਕਈ ਵਾਰ ਗੋਲਕ ਗਿਣਦਿਆਂ ਵਿੱਚੋਂ ਪੈਸੇ ਕੱਢ ਲਏ। ਕੋਈ ਕਹਿੰਦਾ ਸਿਲਾਈ ਨਾਲ ਕੱਢ ਲਏ, ਕੋਈ ਹੈ ਪੈਸੇ ਟੇਕਦੇ 10 ਰੁਪਈਏ ਚੱਕ ਲਏ 50 ਦੇ ਨੋਟ। ਇਸ ਤਰ੍ਹਾਂ ਵੀ ਕਰਦੇ ਨੇ। 10 ਰੁਪਏ ਮੱਥਾ ਟੇਕਿਆ, ਜੇ 100 ਦਾ ਆ ਕੇ ਐਂ ਕਰੀ ਜਾਣਗੇ ਪਿੱਛੇ ਨੂੰ ਹੱਥ ਐਂ ਗਏ। ਇੱਕ ਮੈਂ ਮੰਨ ਲਓ ਮੱਥਾ ਟੇਕਿਆ 100 ਰੁਪਈਆ, ਉਹ ਤਾਂ ਗੁਰੂ ਦਾ ਹੋ ਗਿਆ। ਇੱਕ ਕੋਈ ਹੋਰ ਆਇਆ, ਉਹ 100 ਚੱਕ ਕੇ ਲੈ ਗਿਆ, ਉਹ ਮੇਰੇ ਨਹੀਂ ਉਹਨੇ ਚੱਕੇ, ਉਹ ਤਾਂ ਗੁਰੂ ਦੇ ਚੱਕ ਕੇ ਲੈ ਗਿਆ। ਇਹੋ ਜਿਹਾ ਕੋਈ ਜਨਮ ਨਹੀਂ ਛੁਟਕਾਰਾ ਹੁੰਦਾ, ਕੋਈ ਜਨਮ।
ਅਫਸੋਸ ਹੈ ਕਿ ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੀ ਨਹੀਂ ਹੈਗਾ ਵੀ ਅਸੀਂ ਕਈ ਜਨਮਾਂ ਤੱਕ ਗਰੀਬੀ ਭੋਗਦੇ ਰਹਾਂਗੇ। ਗਰੀਬਾਂ ਨੂੰ ਸਮਝ ਨਹੀਂ ਅਸੀਂ ਗਰੀਬ ਕਿਉਂ ਅਸੀਂ। ਕੋਈ ਕਹਿੰਦਾ ਸਿਸਟਮ ਖਰਾਬ ਹੈ ਜੀ ਗੌਰਮੈਂਟ ਦਾ, ਕੋਈ ਕਹਿੰਦਾ ਜੀ ਬੇਇਨਸਾਫੀ ਹੋ ਰਿਹਾ, ਕੋਈ ਕਹਿੰਦਾ ਕੁਛ ਹੈ। ਧਰਮ ਕਹਿੰਦਾ ਤੁਸੀਂ ਕੰਮ ਕਰਮ ਹੀ ਇਹੋ ਜਿਹੇ ਕੀਤੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ। ਹੁਣ ਢਾਡੀ ਕਹਿੰਦਾ ਅੱਗੋਂ ਨਿਤ ਦੇਵ ਦਾਨ ਦਿਆਲ ਪ੍ਰਭ। ਉਦੋਂ ਨਾ ਇਨਵਰਟਡ ਕੌਮੇ ਨਹੀਂ ਸੀ ਹੁੰਦੇ, ਸਿਰ ਡੰਡੀ ਹੁੰਦੀ ਸੀ ਗੁਰੂ ਮਹਾਰਾਜ ਵੇਲੇ। ਕੋਈ ਕੌਮਾ ਨਹੀਂ, ਕੋਈ ਇਨਵਰਟਡ ਕੌਮੇ ਨਹੀਂ, ਕੋਈ ਪ੍ਰਸ਼ਨ ਚਿੰਨ੍ਹ ਨਹੀਂ। ਇਹ ਤਾਂ ਅੰਗਰੇਜ਼ ਆਏ ਉਹ ਲੈ ਕੇ ਆਏ ਪੰਕਚੁਏਸ਼ਨ। ਸਾਡੇ ਤਾਂ ਦੋ ਡੰਡੀਆਂ ਇਕੱਠੀ ਇੱਕ ਵੀ ਨਹੀਂ ਸੀ, ਦੋ ਲਾਉਂਦੇ ਹੁੰਦੇ ਸਨ। ਅਤੇ ਗੁਰਬਾਣੀ ਸਾਰੇ ਦੋ ਦੋ ਡੰਡੀ ਇਕੱਠੀਆਂ ਲੱਗੀਆਂ ਹੋਈਆਂ। ਕਿਤੇ ਕੌਮਾ ਨਹੀਂ, ਕਿਤੇ ਇਨਵਰਟਡ ਕੌਮੇ ਨਹੀਂ, ਕਿਤੇ ਪ੍ਰਸ਼ਨ ਚਿੰਨ੍ਹ ਨਹੀਂ ਹੈ। ਉਦੋਂ ਹੈ ਹੀ ਨਹੀਂ ਸੀ। ਸੋ ਨਹੀਂ ਤੇ ਇੱਥੇ ਕੌਮੇ ਉਹਨੇ ਪੁੱਛਿਆ, ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ। ਫਿਰ ਰੱਬ ਨੇ ਪੁੱਛਿਆ ਤੂੰ ਕਿਹੜੇ ਕੰਮ ਆਇਆ, ਤੂੰ ਕਿਹੜੇ ਕੰਮ ਆਇਆ। ਉਹਨੇ ਫਿਰ ਅੱਗੇ ਉੱਤਰ ਦੇਣਾ ਸੀ। ਫਿਰ ਇਨਵਰਟਡ ਕੌਮੇ ਸ਼ੁਰੂ ਹੋ ਜਾਣੇ ਸਨ। ਜਿਵੇਂ ਹੀ ਸੈਡ ਉਸਨੇ ਕਿਹਾ, ਅੱਗੇ ਫਿਰ ਇਨਵਰਟਡ ਕੌਮੇ ਸ਼ੁਰੂ ਹੋ ਜਾਂਦੇ ਜੋ ਉਹਨੇ ਕਿਹਾ। ਹੁਣ ਢਾਡੀ ਕਹਿੰਦਾ ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ। ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪਹਿਨਾਇਆ। ਇਹ ਜਿਹੜਾ ਸ਼ੁੱਧ ਲਿਖਿਆ ਇਹ ਪੜ੍ਹਨ ਦੀ ਲੋੜ ਨਹੀਂ, ਇਹ ਤਾਂ ਨੋਟ ਦਿੱਤਾ ਹੈ ਕਿ ਇਹ ਸ਼ੁੱਧ ਹੈ। ਜਿਹੜਾ 21 ਗਿਣਤੀ ਤੋਂ ਬਾਅਦ ਆਉਂਦਾ ਨਾ ਫਿਰ ਉਹ ਪੜ੍ਹਨ ਦੀ ਲੋੜ ਨਹੀਂ ਹੁੰਦੀ। ਹੋਂ ਢਾਡੀ ਹਰ ਪ੍ਰਭ ਖਸਮ। ਢਾਡੀ ਕੀਰਤਨੀਆਂ ਨੂੰ ਕਹਿੰਦੇ ਨੇ। ਮੈਂ ਪਰਮਾਤਮਾ ਜੋ ਮੇਰਾ ਮਾਲਕ ਹੈ, ਮੈਂ ਉਹਦਾ ਢਾਡੀ ਹਾਂ, ਮੈਂ ਉਹਦਾ ਕੀਰਤਨੀਆ ਹਾਂ, ਮੈਂ ਉਹਦੇ ਗੁਣ ਗਾਉਂਦਾ ਹਾਂ। ਹਰ ਕੈ ਦਰ ਆਇਆ, ਮੈਂ ਹਰੀ ਦੇ ਦਰ 'ਤੇ ਆਇਆ। ਹਰ ਅੰਦਰ ਸੁਣੀ ਪੁਕਾਰ, ਮੈਂ ਕਹਿੰਦਾ ਪੁਕਾਰ ਕੀਤੀ ਵੀ ਮਹਾਰਾਜ ਜੀ ਮੈਂ ਆ ਜਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਢਾਡੀ ਮੁਖ ਲਾਇਆ। ਪਰਮਾਤਮਾ ਨੇ ਢਾਡੀ ਨੂੰ ਕਿਹਾ ਵੀ ਆ ਜਾ ਭਾਈ। ਮੁਖ ਲਾਉਣਾ ਹੁੰਦਾ ਉਹ 'ਚ ਦਰਸ਼ਨ ਦੇਣਾ। ਪਰਮਾਤਮਾ ਨੇ ਢਾਡੀ ਨੂੰ ਦਰਸ਼ਨ ਦਿੱਤੇ, ਭਾਵ ਢਾਡੀ ਨੂੰ ਬੁਲਾਇਆ, ਆਪਣੇ ਕੋਲ ਸੱਦਿਆ। ਜਦੋਂ ਫਿਰ ਢਾਡੀ ਗਿਆ ਨਾ, ਹਰ ਪੁੱਛਿਆ ਢਾਡੀ ਸਦਕੈ। ਪਰਮਾਤਮਾ ਨੇ ਸੱਦ ਕੇ ਢਾਡੀ ਨੂੰ ਪੁੱਛਿਆ ਕਿਤ ਅਰਥ ਤੂੰ ਆਇਆ। ਅਰਥ ਬਣਦਾ ਕੰਮ। ਤੂੰ ਕਿਸ ਕੰਮ ਆਇਆ ਬਈ। ਜੇ ਕੋਈ ਕਹੇ ਸਰ ਜੀ ਅੰਦਰ ਆ ਜਾ, ਮੈਂ ਕਹਿਣਾ ਆ ਜਾ। ਹਾਂ ਵੀ ਕਿਵੇਂ ਆਏ ਪੁੱਛਾਂਗਾ। ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ, ਤੂੰ ਕਿਸ ਕੰਮ ਆਇਆ ਹੈ। ਹੁਣ ਢਾਡੀ ਅੱਗੋਂ ਕਹਿੰਦੇ ਨਿਤ ਦੇਵੋ ਦਾਨ ਦਿਆਲ ਪ੍ਰਭ। ਹੇ ਦਿਆਲੂ ਪ੍ਰਭੂ ਮੈਨੂੰ ਨਾਮ ਦੀ ਦਾਤ ਦਿਓ। ਸਾਡੇ ਵਾਂਗੂ ਕੋਈ ਹੋਰ ਦਾਨ ਨਹੀਂ ਮੰਗਣ ਜਾਂਦੇ, ਅਸੀਂ ਸੰਸਾਰੀ ਬੰਦੇ ਹਾਂ। ਜੇ ਸਾਨੂੰ ਗੁਰੂ ਸੱਦ ਵੀ ਲੈ ਵੀ ਆ ਵੀ ਜੈਮਲ ਸਿੰਘ ਕਿਵੇਂ ਆਏ, ਜੇ ਤਾਂ ਮੇਰੀ ਬੜੀ ਕਿਸਮਤ ਤਕੜੀ ਹੈ ਫਿਰ ਤਾਂ ਮੁਕਤੀ ਮੰਗਾਂਗਾ, ਨਹੀਂ ਤਾਂ ਕਹਾਂਗਾ ਤੰਦਰੁਸਤੀ ਦੇ ਦਿਓ ਜੀ, ਆ ਮੈਨੂੰ ਕਰੋਨੇ ਤੋਂ ਬਚਾ ਕੇ ਰੱਖਿਆ ਜੀ, ਕੀ ਪਤਾ ਸੁਣ ਕੀ ਸੁਝਣਾ। ਜਿਹੜੀ ਚੀਜ਼ ਅਚਾਨਕ ਹੁੰਦੀ ਹੈ ਉਹ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਕੀ ਮੰਗ ਬੈਠੀ, ਉਦੋਂ ਕੋਈ ਪਤਾ ਨਹੀਂ। ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਕਿਸ ਕੰਮ ਹੈ। ਹੁਣ ਕੋਈ ਗੁਰੂ ਮਹਾਰਾਜ ਕਹਿੰਦੇ ਨਿਤ ਦੇਵ ਦਾਨ ਦਿਆਲ ਪ੍ਰਭ। ਹੇ ਪਰਮਾਤਮਾ ਮੈਨੂੰ ਨਾਮ ਦੀ ਦਾਤ ਦਿਓ। ਹਰ ਨਾਮ ਧਿਆਇਆ ਤਾਂ ਜੋ ਮੈਂ ਹਰੀ ਦੇ ਨਾਮ ਨੂੰ ਧਿਆ ਸਕਾਂ, ਨਾਮ ਜਪ ਸਕਾਂ। ਜਦੋਂ ਕਹਿੰਦੇ ਇਹ ਕਿਹਾ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪਹਿਨਾਇਆ। ਹਰੀ ਦਾਤੇ ਨੇ ਕਹਿੰਦੇ ਮੇਰੇ ਤੋਂ ਫਿਰ ਨਾਮ ਜਪਵਾਇਆ, ਭਾਵ ਮੈਨੂੰ ਨਾਮ ਦੀ ਦਾਤ ਦਿੱਤੀ। ਨਾਨਕ ਪਹਿਨਾਇਆ ਅਤੇ ਮੈਨੂੰ ਸਰੋਪੇ ਦਿੱਤੇ। ਪਹਿਨਾਇਆ ਦਾ ਸਤਿਕਾਰ ਦੇਣਾ,
ਜਿਵੇਂ ਆਪਾਂ ਕੋਈ ਆ ਜਾਏ, ਮਹਾਂਪੁਰਖ ਜਾਂ ਵੱਡਾ ਕੋਈ ਬੰਦਾ ਆ ਜਾਏ, ਆਪਾਂ ਉਹਨੂੰ ਸਰੋਪਾ ਪਾਉਣੇ ਦੇ ਗੱਲ 'ਚ ਉਹਨੂੰ ਸਤਿਕਾਰ ਦਿੱਤਾ ਉਸਨੇ। ਇਹ ਹੈ ਪਹਿਨਾਇਆ। ਨਾਨਕ ਪਾ ਗੁਰੂ ਮਰ ਗਿਆ, ਮੈਨੂੰ ਪਰਮਾਤਮਾ ਨੇ ਸਤਿਕਾਰ ਦਿੱਤਾ, ਸਰੋਪਾ ਦਿੱਤਾ, ਮੈਨੂੰ ਨਾਮ ਜਪਾਇਆ, ਮੈਨੂੰ ਅੰਦਰ ਸੱਦਿਆ। ਕਹਿੰਦੇ ਆ ਭਾਈ ਕਿਵੇਂ ਆਏ, ਕਿਸ ਕੰਮ ਤੂੰ ਆਏ, ਮੈਨੂੰ ਦਰਸ਼ਨ ਦਿੱਤੇ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਨਾ। ਜਨਨੀ ਜਾਣਤ ਸੁਤ ਬੜਾ ਹੋਤ ਹੈ। ਜਨਨੀ ਮਾਂ ਨੂੰ ਕਹਿੰਦੇ, ਜਨਨੀ ਜਾਣਤ ਸੁਤ ਪੁੱਤਰ ਨੂੰ ਕਹਿੰਦੇ ਬੜਾ ਹੋਤ ਹੈ। ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ। ਅਬਦ ਉਮਰ ਨੂੰ ਕਹਿੰਦੇ। ਮੋਰ ਮੋਰ ਮੇਰਾ ਮੇਰਾ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਕਹਿੰਦੇ ਰਾਗ ਦਾ ਨਾਂ ਹੈ ਸ਼੍ਰੀ ਰਾਗ। ਕਬੀਰ ਸਾਹਿਬ ਦੀ ਬਾਣੀ ਹੈ। ਕਹਿੰਦੇ ਕਿਹੜੇ ਘਰ 'ਚ ਗਾਉਣੀ? ਏਕ ਸਵਾਨ ਕਹਿ। ਪਹਿਲਾਂ ਇੱਕ ਸ਼ਬਦ ਹੈ, ਏਕ ਸਵਾਨ ਦੋ ਸਵਾਣੀ ਨਾਲ ਉਸ ਤਰਜ 'ਤੇ ਕਦੇ ਇਸ ਨੂੰ ਗਾਉਣਾ। ਜਨਨੀ ਜਾਣਤ ਸੁਤ ਬੜਾ ਹੋਤ ਹੈ। ਮਾਂ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਇਤਨਾ ਕੁ ਨਾ ਜਾਣੇ, ਪਰ ਵਿਚਾਰੀ ਨੂੰ ਇੰਨਾ ਨਹੀਂ ਪਤਾ ਜੇ ਦਿਨ ਦਿਨ ਅਬਦ ਘਟਦਾ, ਕਿ ਉਮਰ ਤਾਂ ਉਹਦੀ ਦਿਨੋਂ ਦਿਨ ਘਟ ਰਹੀ ਹੈ। ਉਮਰ ਲਿਖਾ ਕੇ ਲੈ ਪੁੱਤਰ 60 ਸਾਲ, 1 ਸਾਲ ਦਾ ਹੋ ਗਿਆ ਹੈ, ਉਮਰ ਤੇ 59 ਸਾਲ ਬਾਕੀ ਰਹਿ ਗਈ ਨਾ। ਮਾਂ ਸਮਝਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹਨੂੰ ਇਹ ਨਹੀਂ ਪਤਾ ਇਹ ਤਾਂ ਦਿਨੋਂ ਦਿਨ ਛੋਟਾ ਹੁੰਦਾ ਜਾ ਰਿਹਾ, ਇਹਦੀ ਦਿਨੋਂ ਦਿਨ ਉਮਰ ਘਟ ਰਹੀ। ਮੋਰ ਮੋਰ ਕਰ ਅਧਿਕ ਲਾੜ ਧਰ, ਮੇਰਾ ਮੇਰਾ ਪੁੱਤਰ ਕਰਦੀ ਹੈ। ਅਧਿਕ ਲਾੜ ਧਰ, ਬੜਾ ਪਿਆਰ ਕਰਦੀ ਹੈ। ਹੁਣ ਜਿਹੜਾ ਯਮਰਾਜ ਹੈ, ਧਰਮਰਾਜ, ਉਹ ਵੇਖ ਰਿਹਾ, ਉਹ ਹੱਸ ਰਿਹਾ। ਕੋਈ ਨਹੀਂ, ਮੈਂ ਤਾਂ ਕੋਈ ਦੇਰ ਬਾਅਦ ਚੱਕ ਕੇ ਲੈ ਜਾਣਾ। ਇਸ ਵਿਚਾਰੀ ਨੂੰ ਪਤਾ ਨਹੀਂ ਹੈ ਇਹ ਪੁੱਤਰ ਪੁੱਤਰ ਕਰਦੀ, ਪੁੱਛ ਕਰਦੀ ਹੈ। ਉਹ ਹੱਸ ਰਿਹਾ ਹੈ ਵੀ ਇਹਨੂੰ ਤਾਂ ਮੈਂ ਲੈ ਜਾਣਾ। ਪੇਖਤ ਹੀ ਜਮਰਾਓ ਹੱਸੈ। ਪੇਖਤ ਨੇ ਵੇਖ ਕੇ ਜਮਰਾਜ ਹੱਸਦਾ ਹੈ ਵੀ ਇਸ ਵਿਚਾਰੀ ਨੂੰ ਗਿਆਨ ਨਹੀਂ ਕਿ ਤੇਰਾ ਪੁੱਤਰ ਤੇ ਛੋਟਾ ਹੋ ਰਿਹਾ, ਤੂੰ ਸਮਝਦੀ ਵੱਡਾ ਹੋ ਰਿਹਾ। ਐਸਾ ਤੈਂ ਜਗ ਭਰਮ ਲਾਇਆ। ਹੇ ਪਰਮਾਤਮਾ, ਤੈਂ ਮੈਨੇ ਤੂੰ ਸੰਸਾਰ ਨੂੰ ਭਰਮ 'ਚ ਪਾਇਆ ਹੋਇਆ ਹੈ, ਭਰਮ 'ਚ ਪਾਇਆ ਹੋਇਆ। ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਜਦੋਂ ਮਨੁੱਖ ਮਾਇਆ 'ਚ ਮੋਹਿਆ ਹੋਇਆ, ਮਨ ਮਾਇਆ 'ਚ ਲੱਗਿਆ ਹੋਇਆ, ਇਹਨੂੰ ਸੋਝੀ ਕਿਵੇਂ ਆਵੇ? ਸਾਰਾ ਧਿਆਨ ਤੇ ਕਹਿੰਦੇ ਤਾਂ ਮਾਇਆ ਵੱਲ ਹੈ, ਪਰਮਾਤਮਾ ਵੱਲ ਤੇ ਤਾਂ ਧਿਆਨ ਹੀ ਨਹੀਂ। ਇਹਨੂੰ ਫਿਰ ਕਿਵੇਂ ਸੋਝੀ ਆਵੇਗੀ? ਰਹਾਓ। ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਿਹਚੋ ਮਰਨਾ। ਰਮਈਆ, ਇਹਨੂੰ ਪੜ੍ਹਨਾ ਮੰਮੇ ਤੇ ਅਧਿਕ ਲਾ ਕੇ ਪੜ੍ਹਨਾ। ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ। ਇਹਨੂੰ ਅਨੰਤ ਨਹੀਂ ਪੜ੍ਹਨਾ। ਅਨੰਤ ਹੁੰਦਾ ਹੋਰ, ਅਨੰਤ ਹੁੰਦਾ ਸਦਾ ਰਹਿਣ ਵਾਲੇ, ਜਿਹਦਾ ਅੰਤ ਹੋਵੇ ਹੀ ਨਾ। ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ। ਇਨ ਬਿਦ ਭਵ ਸਾਗਰ ਤਰਨਾ। ਕਹਿੰਦੇ ਕਹਿਤ ਕਬੀਰ ਛੋੜ ਵਿਖਿਆ ਰਸ। ਕਬੀਰ ਸਾਹਿਬ ਕਹਿੰਦੇ ਹੇ ਇਨਸਾਨ, ਤੂੰ ਇਹ ਵਿਸ਼ੇ ਵਿਕਾਰਨ ਦਾ ਰਸ ਛੱਡ ਦੇ। ਵਿਖਿਆ ਹੋਈ ਤਾਂ ਜ਼ਹਿਰ ਹੁੰਦੀ ਹੈ, ਇੱਥੇ ਵਿਸ਼ੇ ਵਿਕਾਰ ਬੁਰਾਈਆਂ, ਕਿਉਂਕਿ ਬੁਰੇ ਬੰਦੇ ਨੂੰ ਬੁਰਾਈਆਂ 'ਚ ਆਨੰਦ ਆਉਂਦਾ ਹੈ। ਸਾਨੂੰ ਬਾਣੀ 'ਚ ਆਨੰਦ ਰਿਹਾ, ਅਸੀਂ ਇਸ ਪਾਸੇ ਹਾਂ। ਜਿਹੜਾ ਬੁਰਾ ਹੈ ਉਹਨੂੰ ਬੁਰਾਈ ਚ ਆਨੰਦ ਰਿਹਾ, ਇਸ ਲਈ ਉਸ ਪਾਸੇ ਲੱਗਾ ਹੋਇਆ ਹੈ। ਸਿਰਫ ਉਹਨੂੰ ਇਹ ਨਹੀਂ ਪਤਾ ਕਿ ਤੂੰ ਬੁਰੇ ਪਾਸੇ ਲੱਗਾ ਹੋਇਆ। ਜਦੋਂ ਪਤਾ ਲੱਗ ਜਾਏਗਾ ਫਿਰ ਉਸ ਦਾ ਫਿਰ ਛੱਡ ਦਿਓ। ਸ਼ਰਾਬ ਪੀਣ ਨੂੰ ਪਤਾ ਹੀ ਨਹੀਂ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਉਹਨੂੰ ਪਤਾ ਹੀ ਨਹੀਂ ਹੈ। ਜਦੋਂ ਕਦੇ ਉਹਨੂੰ ਪਤਾ ਲੱਗਦਾ ਹੈ ਵੀ ਉਹ ਇਹ ਤਾਂ ਨਹੀਂ ਪੀਣੀ ਚਾਹੀਦੀ, ਫਿਰ ਕਈ ਛੱਡ ਵੀ ਦਿੰਦੇ ਨੇ।
ਕਈ ਗੱਲਾਂ ਜਿਸ ਦਾ ਪਤਾ ਹੀ ਨਹੀਂ ਮਨੁੱਖ ਉਸ ਨੂੰ ਠੀਕ ਸਮਝ ਰਿਹਾ ਤੇ ਲੱਗਾ ਰਹਿੰਦਾ ਹੈ। ਚੋਰ ਚੋਰੀ ਨੂੰ ਠੀਕ ਸਮਝ ਰਿਹਾ ਤਾਂ ਹੀ ਕਰਦੇ ਨੇ। ਡਾਕੂ ਡਾਕੇ ਮਾਰਨ ਨੂੰ ਠੀਕ ਸਮਝਦਾ ਹੈ। ਮਿਲਾਵਟ ਖੋਰ ਨੂੰ ਠੀਕ ਸਮਝਦਾ ਹੈ। ਨਸ਼ੇ ਵੇਚਣ ਵਾਲੇ ਨਸ਼ੇ ਵੇਚਣ ਨੂੰ ਠੀਕ ਸਮਝਦੇ ਨੇ। ਖੂਬ ਪੈਸੇ ਆਉਂਦੇ ਆ। 28 ਕਨੇਡਾ 'ਚ ਫੜੇ ਗਏ। 25 ਸਰਦਾਰ ਤੇ 3 ਮੁਸਲਮਾਨ। 28 ਪੰਜਾਬ। ਇੰਨਾ ਭਾਰਾ ਨਸ਼ਿਆਂ ਦਾ ਵਪਾਰ ਕਰਦੇ ਹਨ। ਜਿਹੜੇ ਇੱਥੇ ਭੈੜੇ ਉਹ ਕਨੇਡਾ ਵੀ ਭੈੜੇ। ਕਹਿੰਦੇ ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਇਹ ਬੰਦਾ ਆਪਣੀ ਆਦਤਾਂ ਨਹੀਂ ਛੱਡਦਾ। ਇਹ ਆਦਤਾਂ ਨਹੀਂ ਛੇਤੀ ਛੱਡਦਾ। ਕਿਉਂਕਿ 3-4 ਸਾਲਾਂ ਦੀ ਗੱਲ ਹੈ। ਇੱਕ ਮਾਤਾ ਜੀ ਆਏ, ਕਹਿੰਦੇ ਬਾਬਾ ਜੀ ਮੇਰਾ ਮੁੰਡਾ ਕਿਲੋ ਕੁ ਪੈਕਟ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦਾ, ਉਹਨੂੰ 50,000 ਰੁਪਈਆ ਇਸ ਕੰਮ ਦਾ ਦਿੰਦੇ ਨੇ ਉਸ ਨੂੰ। ਮੈਂ ਕਿਹਾ ਪੁੱਤ ਇਹ ਕੰਮ ਜ਼ਰੂਰ ਗਲਤ ਹੋਵੇਗਾ। ਨਹੀਂ ਤਾਂ ਇੰਨੀ ਕੁ ਚੀਜ਼ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ 'ਤੇ ਕੌਣ 50,000 ਦਿੰਦਾ? ਵੀ ਇਹ ਜ਼ਰੂਰ ਗਲਤ ਕੰਮ ਹੈ। ਕਹਿੰਦਾ ਹਾਂ ਮੈਨੂੰ ਪਤਾ ਹੈ, ਇਹ ਮੈਂ ਚਿੱਟਾ ਲੈ ਕੇ ਜਾਂਦਾ। ਮੈਂ ਕਿਹਾ ਵੀ ਤੂੰ ਮਾਰਿਆ ਜਾਏਗਾ, ਫੜਿਆ ਜਾਏਗਾ। ਕਹਿੰਦਾ ਮੈਂ ਪੈਸੇ ਦੇ ਕੇ ਛੁੱਟ ਜਾਊਂਗਾ। ਉਦੋਂ ਭੋਲਾ DSP ਫੜਿਆ ਗਿਆ ਸੀ। ਕਹਿੰਦਾ ਮੈਂ ਉਹਨੂੰ ਕਿਹਾ ਭੋਲਾ ਕਿੰਨੇ ਸਾਲਾਂ ਦੇ ਜੇਲ੍ਹ 'ਚ ਪੈਸੇ ਦੇ ਕੇ ਛੁੱਟ ਗਿਆ? ਸਾਰੇ ਨਹੀਂ ਪੈਸੇ ਦੇ ਕੇ ਛੁੱਟਿਆ ਕਰਦੇ। ਵੀ ਕੋਈ ਪਾੜ ਦੇ ਦਿਓ ਜੀ, ਉਹ ਇਹ ਕੰਮ ਛੱਡ ਦੇਵੇ, ਨਹੀਂ ਫਿਰ ਘਰ ਬਰਬਾਦ ਹੋ ਜਾਏਗਾ। ਪਾੜ ਤੇ ਉਹ ਲੈ ਗਈ, ਫਿਰ ਮੁੜ ਕੇ ਨਹੀਂ ਆਈ। ਪਤਾ ਨਹੀਂ ਮੁੰਡੇ ਛੱਡਿਆ ਕੀ ਹੋਇਆ ਤੇ ਕੀ ਨਹੀਂ ਹੋਇਆ। ਉਹ ਇਸ ਲਈ ਲੱਗੇ ਵੀ ਘੰਟੇ 'ਚ 50,000। ਇਹ ਬੁਰਾਈ ਦੇਖਿਆ ਗਿਆ ਜ਼ਿਆਦਾ ਚੰਗੀ ਲੱਗਦੀ ਹੈ ਚੰਗਿਆਈ ਨਾਲੋਂ। ਮਨੁੱਖ ਨੂੰ ਬੁਰਾਈ ਜ਼ਿਆਦਾ ਚੰਗੀ ਲੱਗਦੀ। ਸੋ ਗੁਰੂ ਮਹਾਰਾਜ ਕਹਿੰਦੇ ਕਹਿਤ ਕਬੀਰ ਛੋੜ ਵਿਖਿਆ ਰਸ। ਕਬੀਰ ਸਾਹਿਬ ਕਹਿੰਦੇ ਹੇ ਇਨਸਾਨ ਤੂੰ ਇਹ ਵਿਸ਼ੇ ਵਿਕਾਰਾਂ ਜਿਹੜੇ ਤੈਨੂੰ ਰਸ ਆ ਰਹੇ ਨੂੰ ਛੱਡ ਦੇ। ਇਤ ਸੰਗਤ ਨਿਹਚੋ ਮਰਨਾ। ਇਹਦੀ ਸੰਗਤ ਕਰਕੇ ਤੂੰ ਹਰ ਹਾਲ 'ਚ ਬਰਬਾਦ ਹੋ ਜਾਏਗਾ। ਮਰਨ ਤੋਂ ਭਾਵ ਇਹ ਵੀ ਸਾਡੀ ਜਿੰਦ ਨਿਕਲ ਗਈ, ਉਦੋਂ ਸਾਰਿਆਂ ਦੀ ਨਿਕਲਣੀ ਹੈ। ਇੱਥੇ ਭਾਵੇਂ ਬਰਬਾਦ ਹੋਣਾ। ਇਹ ਵਿਸ਼ੇ ਵਿਕਾਰ ਦੀ ਸੰਗਤ ਤੈਨੂੰ ਹਰ ਹਾਲ 'ਤੇ ਬਰਬਾਦ ਕਰ ਦੇਗੀ। ਕੀ ਕਰ ਫਿਰ? ਰਮਈਆ ਜਪੋ ਪ੍ਰਾਣੀ। ਹੈ ਇਨਸਾਨ ਤੂੰ ਨਾਮ ਜਪ। ਰਮਈਆ ਰਾਮ ਤੋਂ ਬਣਿਆ। ਰਮਈਆ ਹੁੰਦਾ ਰਮਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ। ਉਹਨੂੰ ਰਾਮ ਵੀ ਕਹਿੰਦੇ ਨੇ, ਉਹਨੂੰ ਰਮਈਆ ਵੀ ਕਹਿੰਦੇ ਨੇ। ਤੂੰ ਪਰਮਾਤਮਾ ਦਾ ਨਾਮ ਜਪ, ਅਨੰਤ ਜੀਵਨ ਬਣ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ, ਇਹ ਤਾਂ ਤੈਨੂੰ ਸਦਾ ਰਹਿਣ ਵਾਲਾ ਜੀਵਨ ਦੇ ਦੇਗਾ। ਆ ਵਿਸ਼ੇ ਵਿਕਾਰਾਂ ਤੂੰ ਮਰਨਾ ਹੀ ਮਰਨਾ, ਇਹ ਤੈਨੂੰ ਅਮਰ ਕਰ ਦੇਗਾ। ਹੁਣ ਜਿਹਨੇ ਨਾਮ ਦੇਖੋ, ਧਰੂ ਭਗਤ ਪ੍ਰਹਿਲਾਦ ਵਰਗੇ 7 ਯੁੱਗ 'ਚ ਹੋਏ। ਪਤਾ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਹੈ, ਪਰ ਲੋਕ ਅੱਜ ਵੀ ਉਹਨਾਂ ਦੇ ਨਾਮ ਨੂੰ ਯਾਦ ਕਰਦੇ ਨੇ, ਔਰ ਚੰਗਿਓਂ ਹੀ ਯਾਦ ਕਰਦੇ ਨੇ। ਅਮਰ ਹੋ ਗਏ ਨੇ। ਪਰਮਾਤਮਾ ਦਾ ਨਾਮ ਅਨੰਤ ਜੀਵਨ ਦਿੰਦਾ ਹੈ, ਸਦਾ ਰਹਿਣ ਵਾਲਾ ਜੀਵਨ ਦਿੰਦਾ ਹੈ, ਭਾਵ ਅਮਰ ਕਰ ਦਿੰਦਾ ਹੈ। ਇਨ ਬਿਦ ਭਵ ਸਾਗਰ ਤਰਨਾ। ਬਿਦ ਤਰੀਕਾ, ਇਸ ਤਰੀਕੇ ਨਾਲ ਤੂੰ ਭਵ ਸਾਗਰ ਤਰ ਜਾਏਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੰਸਾਰ ਸਮੁੰਦਰ ਜਾਂ ਭਵ ਸਾਗਰ ਧਰਮ 'ਚ ਕਿਹਾ ਗਿਆ। ਭਾਵ ਤੂੰ ਇਹਨਾਂ ਬੁਰਾਈਆਂ ਤੋਂ ਬਚ ਜਾਵੇਗਾ। ਤੂੰ ਕਦੇ ਨਾਮ ਜਪ, ਪਰਮਾਤਮਾ ਤੈਨੂੰ ਬੁਰਾਈਆਂ ਤੋਂ ਬਚਾ ਕੇ ਰੱਖੇਗਾ। ਕਈ ਵਾਰੀ ਨਾਮ ਜਪਣ ਵਾਲੇ ਦੇ ਵਿੱਚ ਵੀ ਨੁਕਸ ਹੁੰਦਾ ਹੈ, ਪਰ ਪਰਮਾਤਮਾ ਕਹਿੰਦੇ ਮੇਰਾ ਨਾਮ ਜਪਦਾ, ਉਹਦਾ ਜਿਹੜਾ ਉਸ 'ਤੇ ਪਰਦਾ ਪਾਈ ਰੱਖਦਾ, ਉਹਦੀ ਬੁਰਾਈ 'ਤੇ ਬਹੁਤ ਸਮਾਂ ਪਰਦਾ ਪਾਈ ਰੱਖਦਾ, ਪਰ ਉਹਨੂੰ ਮਾਨਸਿਕ ਤੌਰ 'ਤੇ ਟਾਰਚਰ ਕਰਦਾ ਰਹਿੰਦਾ। ਪਰਮਾਤਮਾ ਮਨ ਨੂੰ ਸ਼ਾਂਤ ਨਹੀਂ ਰਹਿਣ ਦਿੰਦਾ। ਬਈ ਤੂੰ ਕੰਮ ਨਹੀਂ ਠੀਕ ਕਰ ਰਿਹਾ,
ਪਰ ਤੂੰ ਮੇਰਾ ਨਾਮ ਜਪ ਰਿਹਾ, ਇਸ ਲਈ ਮੈਂ ਤੇਰਾ ਪਰਦਾ ਚੱਕਦਾ ਨਹੀਂ, ਲੋਕਾਂ 'ਚ ਤੇਰੀ ਬਦਨਾਮੀ ਨਹੀਂ ਹੋਣ ਦਿੰਦਾ, ਕਿਉਂਕਿ ਤੂੰ ਮੇਰਾ ਨਾਮ ਜਪਦਾ ਹੈ। ਪਰ ਉਹਦੇ ਮਨ ਨੂੰ ਅਸ਼ਾਂਤ ਰੱਖਦਾ ਪਰਮਾਤਮਾ ਵੀ ਕਿਸੇ ਤਰ੍ਹਾਂ ਇਹ ਬੁਰਾਈ ਛੱਡ ਜਾਵੇ। ਇਸ ਲਈ ਜਦੋਂ ਬੰਦਾ ਫਿਰ ਨਾਮ ਜਪਦਾ ਤੇ ਨਾਲ ਫਿਰ ਬੁਰਾਈ ਵੀ ਛੱਡਦੇ, ਫਿਰ ਭਵ ਸਾਗਰ ਨੂੰ ਤਰ ਜਾਂਦਾ। ਜਾਂ ਤਿਸ ਭਾਵੈ ਤਾਂ ਲਾਗੈ ਭਾਉ। ਇੱਕ ਹੁੰਦਾ ਭਾਉ ਡਰ, ਭਾਬੇ ਨੂੰ ਕਰਨਾ ਭਾਉ ਪਿਆਰ। ਪਰਮ ਭੁਲਾਵਾ ਵਿੱਚੋਂ ਜਾਏ, ਚੱਚੇ ਹਾਹੇ ਤੇ ਟਿੱਪੀ ਲਾ ਕੇ ਬਣੇ, ਵਿੱਚੋਂ ਜਾਏ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੇ। ਜਾਂ ਤਿਸ ਭਾਵੈ, ਜਦੋਂ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਲਾਗੈ ਭਾਉ, ਤਾਂ ਬੰਦੇ ਦਾ ਜਿਹੜਾ ਪਿਆਰ ਹੈ ਰੱਬ ਨਾਲ ਪੈ ਜਾਂਦਾ। ਪਰਮਾਤਮਾ ਚਾਹੁੰਦਾ ਸਾਡਾ ਰੱਬ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਫਿਰ ਜੇ ਰੱਬ ਨਾਲ ਪਿਆਰ ਪੈਦਾ ਹੁੰਦਾ, ਭਰਮ ਭੁਲਾਵਾ ਵਿੱਚੋਂ ਜਾਏ, ਅੰਦਰੋਂ ਭਰਮ ਭੁਲੇਖਾ ਸਾਰਾ ਖਤਮ ਹੋ ਜਾਂਦਾ। ਅੰਦਰੋਂ ਸਾਰਾ ਭਰਮ, ਅੰਦਰੋਂ ਸਾਰਾ ਭੁਲੇਖਾ ਖਤਮ ਹੋ ਜਾਂਦਾ। ਕਿਉਂ? ਅਸਲੀਅਤ ਦਾ ਪਤਾ ਲੱਗ ਜਾਂਦਾ। ਭਰਮ ਹੈ ਕਿਉਂਕਿ ਅਸਲੀਅਤ ਨਹੀਂ ਪਤਾ। ਗਰਮੀਆਂ, ਰੇਤਲਾ ਇਲਾਕਾ, ਦੂਰੋਂ ਦੇਖ ਰਿਹਾ, ਉਹ ਰੇਤ ਦੇ ਵਿੱਚੋਂ ਭਾਫ ਬਾਹਰ ਨਿਕਲ ਰਹੀ ਹੈ, ਦੂਰੋਂ ਉਹਨੂੰ ਲੱਗੂਗਾ ਉੱਥੇ ਪਾਣੀ ਹੈ, ਕਿਉਂਕਿ ਅਸਲੀਅਤ ਨਹੀਂ ਪਤਾ। ਇਸ ਲਈ ਦੂਰੋਂ ਲੱਗਦਾ ਪਾਣੀ, ਭੁਲੇਖਾ ਪੈਂਦਾ ਪਾਣੀ ਦਾ। ਜਦੋਂ ਪਰਮਾਤਮਾ ਨਾਲ ਪਿਆਰ ਪੈਂਦਾ ਹੈ ਤਾਂ ਫਿਰ ਇਹ ਜੇ ਭੁਲੇਖੇ ਨੇ ਨਾ, ਉਹ ਖਤਮ ਹੋ ਜਾਂਦੇ ਨੇ। ਉਹਦੀ ਲਾਈਨ ਕਲੀਅਰ ਹੋ ਜਾਂਦੀ ਹੈ, ਉਹਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਪਰਮ ਭੁਲਾਵਾ ਵਿੱਚੋਂ ਜਾਏ, ਉਹਦੇ ਅੰਦਰੋਂ ਭਰਮ ਭੁਲੇਖਾ ਖਤਮ ਹੋ ਜਾਂਦਾ ਹੈ। ਜਦੋਂ ਭਰਮ ਖਤਮ ਹੋ ਗਿਆ ਤਾਂ ਫਿਰ ਗਿਆਨ ਤੇ ਆਪੇ ਹੀ ਹੋ ਗਿਆ। ਹੈਗੀ ਰੱਸੀ, ਭਰਮ ਹੈ ਸੱਪ ਹੈ। ਜਿੱਥੇ ਭਰਮ ਹੋ ਗਿਆ ਡਰ ਉੱਥੇ ਹੀ ਹੁੰਦਾ। ਅਸੀਂ ਡਰਦੇ ਹਾਂ ਕਿਉਂਕਿ ਸਾਡੇ ਅੰਦਰ ਭਰਮ ਹੈ। ਬ੍ਰਹਮ ਗਿਆਨੀ ਨਹੀਂ ਡਰਦਾ ਕਿਉਂਕਿ ਉਹਦੇ ਅੰਦਰ ਭਰਮ ਹੀ ਨਹੀਂ ਹੁੰਦਾ। ਉਹਨੂੰ ਅਸਲੀਅਤ ਦਾ ਪਤਾ ਹੁੰਦਾ ਹੈ, ਇਸ ਲਈ ਉਹ ਨਹੀਂ ਡਰਦਾ। ਸਾਡੇ ਅੰਦਰ ਭਰਮ ਹੈ, ਇਸ ਲਈ ਅਸੀਂ ਡਰਦੇ ਰਹੇ। ਸਾਨੂੰ ਭਰਮ ਹੈ ਕਿਤੇ ਸਾਨੂੰ ਮਾਰ ਨਾ ਦੇਵੇ, ਕਿਤੇ ਸਾਡੇ ਘਰ ਚੋਰ ਨਾ ਆ ਜਾਏ, ਕਿਤੇ ਸਾਨੂੰ ਐਂ ਨਾ ਹੋ ਜਾਏ। ਅਸੀਂ ਭਰਮ ਹੈ, ਅਸੀਂ ਡਰਦੇ ਹਾਂ। ਬ੍ਰਹਮ ਗਿਆਨੀ ਨੂੰ ਪਤਾ ਹੈ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਛ ਹੋਣਾ ਹੀ ਨਹੀਂ ਮੇਰੇ ਨਾਲ, ਅਤੇ ਜੇ ਉਹਦਾ ਹੁਕਮ ਹੋ ਜਾਣਾ, ਉਹਦੇ ਹੁਕਮ ਨੂੰ ਟਾਲ ਕੋ ਨਹੀਂ ਸਕਦਾ। ਚਿੰਤਾ ਕਦੀ ਕਰਨੀ ਹੈ, ਇਸ ਨੂੰ ਚਿੰਤਾ ਨਹੀਂ ਕਰਦਾ। ਉਹਨੂੰ 100% ਵਿਸ਼ਵਾਸ ਹੁੰਦਾ ਕਿ ਜੋ ਹੋਣੇ ਪਰਮਾਤਮਾ ਦੇ ਹੁਕਮ ਨਾਲ ਹੋਣਾ। ਮੇਰੇ ਨਾਲ ਜੋ ਵੀ ਚੰਗਾ ਮੰਦਾ ਹੋਣਾ ਉਹਦੇ ਹੁਕਮ ਨਾਲ ਹੋਣਾ, ਅਤੇ ਉਹਦੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਇਸ ਲਈ ਡਰਦਾ ਹੀ ਨਹੀਂ ਹੈਗਾ, ਇਸ ਲਈ ਡਰਦੇ ਨੇ। ਪਰਮਾਤਮਾ ਦੇ ਹੁਕਮ ਤੋਂ ਨਾ ਕੋਈ ਮਾਰ ਜਵਾਲ ਨਾ ਸਕੇ ਸਾਨੂੰ, ਨਾ ਕੋਈ ਜਿਉਂਦਾ ਰਹਿ ਸਕਦਾ, ਨਾ ਸਾਨੂੰ ਕੋਈ ਮਾਰ ਸਕਦਾ। ਆ ਜਿਹੜੇ ਹਥਿਆਰ ਰੱਖਣੇ ਨੇ, ਇਹਦੇ ਅਣਖ ਨਾਲ ਜਿਉਣ ਲਈ ਰੱਖਣੇ ਨੇ ਵੀ ਤਾਂ ਜੇ ਮਨੁੱਖ ਅਣਖ, ਐਵੇਂ ਦੁਆਨੀ ਦਾ ਬੰਦਾ ਉੱਠ ਕੇ ਥੱਪੜ ਨਾ ਕੱਢ ਮਾਰੇ। ਦਸਮ ਪਾਤਸ਼ਾਹ ਨੇ ਮੌਤ ਤੋਂ ਬਚਣ ਲਈ ਹਥਿਆਰ ਨਹੀਂ ਸੀ ਰੱਖੇ, ਨਹੀਂ, ਇਹਨਾਂ ਜ਼ਾਲਮਾਂ ਦਾ ਜ਼ੁਲਮ ਖਤਮ ਕਰਨ ਲਈ ਰੱਖੇ ਹੋਏ ਸਨ। ਕਿਉਂਕਿ ਹਥਿਆਰਬੰਦ ਬੰਦੇ ਤੋਂ ਹਮੇਸ਼ਾ ਦੂਸਰੇ ਡਰਦੇ। ਆਹ ਨਿਹੰਗ ਸਿੰਘ ਆ ਰਿਹਾ ਵੇ, ਲੋਕ ਪਰਾ ਹੋ ਕੇ ਲੰਘਦੇ ਨੇ। ਉਹਦੇ ਕੋਲ ਬਰਛਾ ਵੀ ਹੈ, ਉਹਦੇ ਕੋਲ ਸ਼੍ਰੀ ਸਾਹਿਬ ਵੀ ਹੈ, ਉਹਦੇ ਕੋਲ ਤੀਰ ਵੀ ਕੋਈ ਹੋ ਸਕਦਾ ਵੀ ਨੇੜੇ ਖੱਬੇ ਸੱਜੇ ਵੱਜੇ। ਇੱਕ ਟਰੱਕ ਵਾਲੇ ਤੋਂ ਅਤੇ ਇੱਕ ਨਿਹੰਗ ਸਿੰਘ ਤੋਂ ਦੋਨੇ ਲੋਕ ਪਰਾਂ ਹੋ ਕੇ ਅੜਦੇ। ਕੋਈ ਪਤਾ ਟਰੱਕ ਵਾਲੇ ਕਦੋਂ ਉੱਤੇ ਚੜ੍ਹਾ ਦੇਣ, ਇਹ ਦੋ ਨੂੰ ਰਾਹ ਦਿੰਦੇ ਲੋਕ। ਹਥਿਆਰ ਜਿਹੜਾ ਬੰਦੇ ਨੂੰ ਵੈਸੇ ਹੀ ਚੜ੍ਹਦੀ ਅਕਲਾਂ 'ਚ ਰੱਖਦਾ। ਇਹ ਚੋਰ ਤੇ ਸੋਟਾ ਦੋ ਜਣੇ, ਮੈਂ ਤੇ ਚਾਚਾ ਇਕੱਲੇ, ਕਹਾਵਤ ਨਹੀਂ।
ਵੀ ਅਸੀਂ ਖਾਲੀ ਹੱਥ ਚੋਰ ਕੋਲੇ ਸੋਟਾ ਕੱਢ ਮਾਰੇਗਾ ਸਾਨੂੰ। ਕਹਿੰਦੇ ਉਹ ਦੋ ਹੈ, ਅਸੀਂ ਇਕੱਲੇ ਇੱਕ ਹੀ ਹੈ, ਦੋ ਹੈ ਵੀ, ਉਹ ਵੀ ਦੋ ਨੇ। ਸੋ ਦਸਮ ਪਾਤਸ਼ਾਹ ਨੇ ਸਿੱਖ ਕੌਮ ਨੂੰ ਹਥਿਆਰਬੰਦ ਇਸ ਲਈ ਕੀਤਾ ਸੀ ਕਿ ਅਸੀਂ ਐਵੇਂ ਡਰਦੇ ਨਾ ਰਹੀਏ, ਅਸੀਂ ਅਗਲੇ ਦਾ ਮੁਕਾਬਲਾ ਕਰ ਸਕੀਏ ਅਤੇ ਅਗਲੇ ਨੂੰ ਵੀ ਪਤਾ ਵੀ ਇਹ ਵੀ ਹਥਿਆਰਬੰਦ ਹੈ, ਮੈਂ ਜਰਾ ਸੋਚ ਸਮਝ ਕੇ ਇਹਨੂੰ ਹੱਥ ਪਾਵਾਂ। ਜਿਵੇਂ ਇੱਕ ਵਾਰੀ ਅਖਬਾਰ 'ਚ ਆਇਆ ਪਿਛਲੇ ਸਾਲ ਦੀ ਗੱਲ, ਕਿਸੇ ਗੁੰਡੇ ਨੇ ਇੱਕ ਨੌਜਵਾਨ ਲੜਕੀ ਨੂੰ ਫੜਿਆ, ਬਲਾਤਕਾਰ ਕਰ ਲਈ। ਲੜਕੀ ਨੇ ਐਸੀ ਦੰਦੀ ਉਹਦੇ ਵੱਢੀ ਨਾ, ਉਹਨੂੰ ਕੁੱਟੀ ਜਾ ਰਿਹਾ, ਉਹ ਛੱਡ ਨਹੀਂ ਰਹੀ, ਉਹਦਾ ਮਾਸ ਕੱਢਤਾ ਉਹਦਾ। ਜਿਹੜਾ ਨਾਲ ਵਾਲਾ ਸੀ ਉਹ ਭੱਜ ਗਿਆ ਡਰਦਾ ਹੋਇਆ। ਇਹ ਕਿ ਵੀ ਛੱਡਦੇ ਨਹੀਂ ਹੈਗੇ। ਮੈਂ ਹੁਣ ਅੱਗੇ ਤੋਂ ਸੋਚ ਕੇ ਹੱਥ ਪਾਊਗਾ ਕਿਸੇ ਲੜਕੀ ਨੂੰ ਵੀ ਹਾਂ ਐਂ ਵੀ ਹੁੰਦਾ। ਅਲੀ ਕਹਿੰਦੇ ਹੁਣ ਮਾਰ ਤੇ ਬੇਇੱਜ਼ਤੀ ਮੇਰੀ ਹੋਈ ਚੱਲੀਏ, ਦੇਖੀ ਜਾਊ ਹੁਣ ਜੋ। ਸੋ ਇਸ ਕਰਕੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹਨੂੰ ਗਿਆਨ ਹੁੰਦਾ। ਜਿੱਥੇ ਗਿਆਨ ਹੁੰਦਾ ਉੱਥੇ ਡਰ ਨਹੀਂ ਹੁੰਦਾ। ਸਾਨੂੰ ਗਿਆਨ ਨਹੀਂ ਹੈ, ਇਸ ਲਈ ਅਸੀਂ ਡਰਦੇ ਹਾਂ। ਇਹ ਡਰਦੇ ਮਾਤਾਵਾਂ ਆ ਗਏ ਨੇ ਦਿੱਲੀ ਤੋਂ, ਅੱਗੇ ਦਮਦਮਾ ਸਾਹਿਬ ਗੁਰੂ ਮਹਾਰਾਜ ਦਰਬਾਰ ਲਾਈ ਬੈਠੇ ਨੇ। ਮਾਤਾਵਾਂ ਦੂਰੋਂ ਵੇਖ ਰਹੀਆਂ ਨੇ ਵੀ ਕੋਈ ਵੀ ਜਿਹੜਾ ਹੈ ਬੱਚਾ ਨਹੀਂ ਸਾਡਾ ਕੋਈ ਦਿਸ ਰਿਹਾ, ਕੋਈ ਲਾਲ। ਨੇੜੇ ਆਏ, ਵਿਰਾਗ 'ਚ ਆ ਗਈਆਂ ਨੇ। ਕਹਿੰਦੇ ਮਹਾਰਾਜ ਜੀ ਬੱਚੇ ਕਿੱਥੇ ਨੇ? ਉਹ ਤਾਂ ਕਹਿੰਦੇ ਸਾਰੇ ਸ਼ਹੀਦ ਹੋ ਗਏ। ਉਹ ਤਾਂ ਸਾਰੇ ਸ਼ਹੀਦ ਹੋ ਗਏ ਨੇ, ਵਿਰਾਗ 'ਚ ਆਉਣਾ ਹੀ ਸੀ। ਕਹਿੰਦੇ ਦੇਖੋ ਸਦਾ ਕਿਸੇ ਨੇ ਨਹੀਂ ਰਹਿਣਾ, ਸਦਾ ਜਿੰਨੀ ਲਿਖੀ ਸੀ ਉਨੀ ਉਹ ਭੋਗ ਗਏ ਨੇ। ਅਤੇ ਫਿਰ ਉਹ ਤਾਂ ਸੱਚਖੰਡ ਚਲੇ ਗਏ ਨੇ। ਅਫਸੋਸ ਕਾਹਦਾ ਕਰਨਾ? ਮਰਨਾ ਤਾਂ ਇੱਕ ਦਿਨ ਹੈ ਹੀ ਹੈ ਨਾ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਨਵੇਂ ਪਾਤਸ਼ਾਹ ਦਾ ਅਨਹੋਣੀ ਨਹੀਂ ਹੁੰਦੀ, ਮਰਨਾ ਤੇ ਮਰਨਾ ਹੀ ਹੈ। ਮੂਸਾ ਡਰਿਆ ਮੌਤ ਦਾ, ਮੂਸਾ ਪੈਗੰਬਰ ਹੋਇਆ ਜਿਹਨੂੰ ਆਪਾਂ ਅਵਤਾਰ ਕਹਿੰਦੇ। ਮੂਸਾ ਡਰਿਆ ਮੌਤ, ਮੌਤ ਅੱਗੇ ਖਲੀ, ਕਿੱਥੇ ਜਾ ਕੇ ਭੱਜ ਗਏ। ਚਾਹੇ ਪੀਰ ਹੈ, ਪੈਗੰਬਰ ਹੈ, ਗੁਰੂ ਹੈ, ਅਵਤਾਰ ਹੈ, ਜੋ ਵੀ ਸੰਸਾਰ ਚਾਹੇ ਉਸਨੇ ਤਾਂ ਜਾਣਾ ਹੀ ਜਾਣਾ। ਇਸ ਲਈ ਕਹਿੰਦੇ ਕਾਹਦੀ ਚਿੰਤਾ ਕਰਨੀ, ਤੁਹਾਡੇ ਬੱਚੇ ਲੇਖੇ ਲੱਗ ਗਏ ਕੰਮ ਦੇ। ਬਾਕੀ 4 ਮਰੇ ਨੇ, ਆਹ ਦੇਖੋ ਹਜ਼ਾਰਾਂ ਹੀ ਜਿਉਂਦੇ ਨੇ, ਇਹ ਸਾਰੇ ਤੁਹਾਡੇ ਹੀ ਬੱਚੇ ਨੇ। ਗੱਲ ਸਮਝਣ ਦੀ ਹੁੰਦੀ ਹੈ। ਬੀਬੀ ਜੀ ਨੇ ਸੰਗਤ ਨੂੰ ਆਪਣੇ ਬੱਚੇ, ਆਪਣੇ ਧੀਆਂ ਪੁੱਤਰ ਸਮਝਿਆ। ਦੇਖੋ ਸੰਗਤ ਨੇ ਕਿੰਨੀ ਸੇਵਾ ਕੀਤੀ ਉਹਨਾਂ ਦੀ। ਗੱਲ ਤਾਂ ਸਮਝਣ ਦੀ ਹੈ। ਅਗਰ ਅਸੀਂ ਕਿਸੇ ਨੂੰ ਆਪਣਾ ਸਮਝਦੇ ਹੀ ਨਹੀਂ ਹੈਗੇ, ਫਿਰ ਦੂਜਾ ਸਾਨੂੰ ਕਿਉਂ ਆਪਣਾ ਸਮਝੇਗਾ? ਇਸ ਲਈ ਅਗਲੇ ਵਾਰ ਗਏ, ਆਪਣੇ ਸਰਬੰਸ ਵਾਰ ਗਏ। ਅੱਜ ਤੱਕ ਦੁਨੀਆ ਦਿਨ ਮਨਾਉਂਦੀ, ਯਾਦਾਂ ਨੇ। ਦੁਨੀਆ ਦਾ ਰਿਕਾਰਡ ਹੈ ਕਿ 7 ਤੇ 9 ਸਾਲ ਦੇ ਬੱਚਿਆਂ ਨੇ ਇਸ ਤਰ੍ਹਾਂ ਸ਼ਹੀਦੀਆਂ ਦਿੱਤੀਆਂ ਹੋਈਆਂ ਹਨ। ਰਿਕਾਰਡ ਅਗਲੇ ਕਾਇਮ ਕਰ ਗਏ ਸੰਸਾਰ 'ਚ। ਇਸ ਲਈ ਉਹ ਬ੍ਰਹਮ ਗਿਆਨੀ ਸਨ, ਇਸ ਲਈ ਡਰਦੇ ਨਹੀਂ ਸਨ। ਜੇ ਬ੍ਰਹਮ ਗਿਆਨੀ ਨਾ ਹੁੰਦੇ ਸ਼ਾਇਦ ਡੋਲ ਜਾਂਦੇ। ਬੱਚੇ ਨੂੰ 2 ਥੱਪੜੇ ਮਾਰੋ ਹੈ ਔਰ ਡੋਲ ਜਾਂਦੇ। ਨਾ ਮਾਰੋ, ਜਿਵੇਂ ਤੁਸੀਂ ਕਹੋ ਉਵੇਂ ਕਰਾਂਗੇ। ਬੰਦ ਕਟਾਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਖੋਪਰੀਆਂ ਲਾਹਾਉਣੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਾਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਉਹਨਾਂ ਨੂੰ ਬ੍ਰਹਮ ਗਿਆਨ ਸੀ, ਇਸ ਲਈ ਉਹਨਾਂ ਦੇ ਅੰਦਰ ਡਰ ਖਤਮ ਹੋ ਗਿਆ ਸੀ। ਸੋ ਗੁਰੂ ਮਹਾਰਾਜ ਕਹਿੰਦੇ ਜਾਂ ਤਿਸ ਭਾਵੈ ਤਾਂ ਲਾਗੈ ਭਾਉ। ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ, ਰੱਬ ਨਾਲ ਪਿਆਰ ਪੈਦਾ ਹੁੰਦਾ। ਜਦੋਂ ਰੱਬ ਨਾਲ ਪਿਆਰ ਪੈਂਦਾ, ਭਰਮ ਭੁਲਾਵਾ ਵਿੱਚੋਂ ਜਾਏ, ਭਰਮ ਭੁਲੇਖਾ ਅੰਦਰੋਂ ਖਤਮ ਹੋ ਜਾਂਦਾ ਹੈ। ਜਦ ਭੁਲੇਖਾ ਖਤਮ, ਉਪਜੈ ਸਹਿਜ ਗਿਆਨ ਮਤ ਜਗ। ਅੰਦਰ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ, ਤੁਰੀ ਅਵਸਥਾ ਪੈਦਾ ਹੋ ਜਾਂਦੀ ਹੈ। ਮਨ ਅਡੋਲ ਅਤੇ ਆਨੰਦ ਅਵਸਥਾ ਚਲੇ ਜਾਂਦਾ ਅਤੇ ਫਿਰ ਗਿਆਨ ਵਾਲੀ ਮੱਤ ਜਾਗਦੀ ਹੈ। ਮਨੁੱਖ ਗਿਆਨਵਾਨ ਹੁੰਦਾ। ਗਿਆਨ ਵਾਲੀ ਮੱਤ ਬ੍ਰਹਮ ਗਿਆਨੀ ਵਾਲੀ ਮੱਤ ਨੂੰ ਕਹਿੰਦੇ ਨੇ। ਇੱਕ ਤਾਂ ਸਾਨੂੰ ਸੰਸਾਰਿਕ ਗਿਆਨ ਇਹ ਨਹੀਂ, ਰੱਬੀ ਗਿਆਨ ਵਾਲੀ ਜਿਹੜੀ ਮੱਤ ਹੈ ਉਹ ਫਿਰ ਜਾਗਦੀ ਹੈ। ਸਾਡੀ ਮੱਤ ਰੱਬੀ ਮੱਤ ਹੋ ਜਾਂਦੀ ਹੈ।
ਗੁਰ ਪ੍ਰਸਾਦ ਅੰਤਰ ਲਿਵ ਲਾਗੇ। ਫਿਰ ਇਹੋ ਜਿਹੇ ਇਨਸਾਨ 'ਤੇ ਗੁਰੂ ਦੀ ਹੋ ਜਾਂਦੀ ਕਿਰਪਾ, ਅਤੇ ਉਹਦੀ ਫਿਰ ਅੰਦਰ ਲਿਵ ਲੱਗ ਜਾਂਦੀ, ਉਹਦੀ ਪਰਮਾਤਮਾ ਨਾਲ ਲਿਵ ਲੱਗ ਜਾਂਦੀ। ਲਿਵ ਕਦੋਂ ਅਵਸਥਾ ਆਉਂਦੀ ਹੈ? ਜਦੋਂ ਸਾਨੂੰ ਸੰਸਾਰ ਦਾ ਕੋਈ ਫੁਰਨਾ ਨਾ ਆਵੇ, ਜਦੋਂ ਮਨ 'ਚ ਸੰਸਾਰੀ ਕੋਈ ਫੁਰਨਾ ਨਾ ਆਵੇ, ਉਦੋਂ ਮਨ ਨੂੰ ਕਹਿੰਦੇ ਇਹ ਅਮਨ ਹੋ ਗਿਆ, ਕਿ ਕੋਈ ਫੁਰਨਾ ਨਹੀਂ। ਜਦੋਂ ਕੋਈ ਫੁਰਨਾ ਨਹੀਂ, ਉਸ ਵੇਲੇ ਸਾਡੀ ਸਮਾਧੀ ਲੱਗ ਜਾਂਦੀ। ਜਦੋਂ ਸਮਾਧੀ ਲੱਗਦੀ ਹੈ, ਅਸੀਂ ਅੰਤਰ ਆਤਮੇ ਪਰਮਾਤਮਾ ਦੇ ਕੋਲ ਪਹੁੰਚ ਜਾਂਦੇ ਹਾਂ। ਫਿਰ ਹੌਲੀ ਪਰਮਾਤਮਾ ਬਾਰੇ ਸਾਨੂੰ ਗਿਆਨ ਹੋਣਾ ਸ਼ੁਰੂ ਹੁੰਦਾ। ਜਦੋਂ ਵਾਰੀ ਵਾਰੀ ਸਮਾਧੀ ਲੱਗਦੀ, ਪਰਮਾਤਮਾ ਬਾਰੇ ਗਿਆਨ ਹੋ ਜਾਂਦਾ, ਫਿਰ ਅਸਾਂ ਸਮਾਂ ਪਾ ਕੇ ਉਹ ਮਨੁੱਖ ਬ੍ਰਹਮ ਗਿਆਨੀ ਹੋ ਜਾਂਦਾ। ਪਹਿਲਾਂ ਵੱਧ ਤੋਂ ਵੱਧ 3 ਮਿੰਟਾਂ ਦੀ ਸਮਾਧੀ ਲੱਗਦੀ ਹੈ, ਫਿਰ ਇਹ ਸਮਾਧੀ ਵੱਧਦੀ ਜਾਂਦੀ ਹੈ, ਫਿਰ 5 ਮਿੰਟ ਦੀ ਹੋ ਗਈ, ਫਿਰ 10 ਮਿੰਟ ਦੀ ਹੋ ਗਈ, ਫਿਰ ਘੰਟੇ ਦੀ ਹੋ ਗਈ। ਇਹ ਯੁੱਗ ਦੀ ਵੀ ਹੋ ਸਕਦੀ ਹੈ ਸਮਾਧੀ। 2-4 ਦਿਨ ਸਾਲਾਂ ਆਉਂਦੇ ਨੇ, ਇਹ ਯੁੱਗ ਦੀ ਸਮਾਧੀ ਹੋ ਸਕਦੀ। ਜਦ ਸੰਤੋਖ ਸਰ ਸਰੋਵਰ ਦੀ ਖੁਦਾਈ ਪੰਚਮ ਪਾਤਸ਼ਾਹ ਕਰਾ ਰਹੇ ਹਨ, ਤਾਂ ਕੀ ਹੈ, ਹੇਠੋਂ ਇੱਕ ਕਮਰਾ ਨਿਕਲ ਆਇਆ। ਜਾ ਕੇ ਸਿੱਖਾਂ ਨੇ ਗੁਰੂਆਂ ਦੱਸਿਆ ਜੀ ਇੱਕ ਛੋਟਾ ਜਿਹਾ ਕਮਰਾ ਨਿਕਲਿਆ। ਕਹਿੰਦੇ ਭਾਈ ਉਹਦੇ ਵਿੱਚ ਇੱਕ ਜੋਗੀ ਬੈਠਾ, ਧਿਆਨ ਨਾਲ ਇੱਟਾਂ ਉੱਟਾਂ ਪਰਾਂ ਹਟਾਓ, ਅਸੀਂ ਆ ਰਹੇ ਹਾਂ। ਉਹਨਾਂ ਸਾਰੀ ਇੱਟਾਂ ਹਟਾ ਕੇ ਜੋਗੀ ਸਮਾਧੀ ਸਥਿਤ ਹੈ। ਗੁਰੂ ਮਹਾਰਾਜ ਨੂੰ ਪਤਾ ਸੀ ਸਮਾਧੀ ਤੋਂ ਕਿਵੇਂ ਉਤਾਰਨਾ ਹੈ ਇਸ ਨੂੰ। ਤਾਂ ਗੁਰੂ ਮਹਾਰਾਜ ਦਾ ਸਿਰ ਝੱਸਿਆ, ਉਹਨੇ ਅੱਖਾਂ ਖੋਲ੍ਹੀਆਂ। ਉਹ ਪੁਰਾਣੇ ਜ਼ਮਾਨੇ ਸੰਸਕ੍ਰਿਤ ਹਿੰਦੀ ਹੁੰਦੀ ਸੀ। ਕਹਿੰਦੇ ਕੌਣ ਸਾ ਯੁੱਗ ਹੈ? ਗੁਰੂ ਮਹਾਰਾਜ ਕਹਿੰਦੇ ਜੀ ਕਲਯੁਗ ਹੈ। ਫਿਰ ਤਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋ ਗਿਆ ਹੋਗਾ। ਹਾਂ ਕਹਿ ਜੀ ਉਹਨਾਂ ਦੀ ਥਾਂ 'ਤੇ ਇਹ ਪੰਚਮ ਪਾਤਸ਼ਾਹ ਨੇ। ਕਹਿੰਦਾ ਮੈਂ ਇਸੇ ਸਮੇਂ ਦੀ ਉਡੀਕ 'ਚ ਸੀ। ਉਹ ਕਹਿੰਦੇ ਵੀ ਤੁਸੀਂ ਕਦੋਂ ਦੇ ਬੈਠੇ ਹੋ? ਕਹਿੰਦੇ ਮੈਂ ਦੁਆਪਰ ਯੁੱਗ ਦਾ ਬੈਠਾ। ਜਾਣਦੇ ਨੇ ਤ੍ਰੇਤਾ ਵੀ ਲੰਘ ਗਿਆ, ਕਲਯੁਗ ਆ। ਕਿ ਤੂੰ ਕਿਉਂ ਬੈਠੇ? ਕਹਿੰਦੇ ਮੈਂ ਭਗਤੀ ਕਰਿਆ ਕਰਦਾ ਸੀ, ਪਰ ਕਿਸੇ ਗੱਲ 'ਚ ਮੇਰੇ ਤੋਂ ਗੁਰੂ ਦੀ ਅਵੱਗਿਆ ਹੋ ਗਈ। ਗੁਰੂ ਨੇ ਮੈਨੂੰ ਸ਼ਰਾਪ ਦਿੱਤਾ। ਮੈਂ ਉਹਨਾਂ ਦੇ ਬੜੇ ਤਰਲੇ ਕੱਢੇ ਵੀ ਮੈਨੂੰ ਮੁਆਫ ਕਰ ਦਿਓ। ਉਹ ਕਹਿੰਦੇ ਦੇਖ ਭਈ ਇਹ ਸ਼ਰਾਪ ਤੇ ਦਿੱਤਾ ਗਿਆ ਹੈ। ਕਲਯੁਗ 'ਚ ਗੁਰੂ ਨਾਨਕ ਦੇਵ ਜੀ ਆਉਣਗੇ, ਉਹ ਤੈਨੂੰ ਮੇਰੇ ਸ਼ਰਾਪ ਤੋਂ ਮੁਕਤ ਕਰਨਗੇ। ਅਤੇ ਮੈਂ ਸੋਚਿਆ ਜੇ ਦੁਆਪਰ ਹੈ, ਕਦੋਂ ਕਲਯੁਗ ਆਇਆ। ਮੈਂ ਸਾਥੀਆਂ ਨੂੰ ਕਿਹਾ ਵੀ ਮੈਂ ਇੱਥੇ ਲੱਗਾ ਚੌਂਕੜੀ ਮਾਰ ਕੇ ਬਹਿਣ, ਤੁਸੀਂ ਇੱਕ ਕਮਰਾ ਬਣਾ ਦਿਓ ਅਤੇ ਜਿਹੜਾ ਦਰਵਾਜ਼ਾ ਨੂੰ ਵੱਡੇ ਸਾਰੇ ਪੱਥਰ ਨਾਲ ਢੱਕ ਦਿਓ। ਕਹਿੰਦੇ ਮੈਂ ਆਪਣਾ ਸਮਾਧੀ ਸਥਿਤ ਹੋ ਗਿਆ। ਉਦੋਂ ਦਾ ਹੀ ਇੱਥੇ ਮੈਂ ਬੈਠਾ ਅਤੇ ਗੁਰੂ ਮਹਾਰਾਜ ਕਹਿੰਦੇ ਮੈਂ ਤੁਹਾਡੇ ਹੀ ਦਰਸ਼ਨ ਕਰਨੇ ਸਨ, ਮੇਰੇ 'ਤੇ ਕਿਰਪਾ ਕਰੋ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜੀਵਨ ਮੁਕਤ ਕਰਤਾ। ਸੋ ਤਾਂ ਕਹਿੰਦੇ ਗੁਰ ਪ੍ਰਸਾਦ ਅੰਤਰ ਲਿਵ ਲਾਗੇ, ਇਤ ਸੰਗਤ ਨਾ ਹੀ ਮਰਨ। ਇਹ ਜਿਹੜੀ ਗੁਰੂ ਦੀ ਸੰਗਤ ਹੁੰਦੀ ਨਾ, ਇਹ 'ਚ ਫਿਰ ਕਹਿੰਦੇ ਬੰਦਾ ਮਰਦਾ ਨਹੀਂ, ਭਾਵ ਬਰਬਾਦ ਨਹੀਂ ਜ਼ਿੰਦਗੀ ਹੁੰਦੀ। ਪਹਿਲਾਂ ਤਾਂ ਵਿਸ਼ੇ ਵਿਕਾਰਾਂ ਦੀ ਸੰਗਤ 'ਚ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਗੁਰੂ ਦੀ ਸੰਗਤ 'ਚ ਕਹਿੰਦੇ ਜ਼ਿੰਦਗੀ ਬਰਬਾਦ ਨਹੀਂ ਹੁੰਦੀ, ਬੰਦਾ ਅਮਰ ਹੋ ਜਾਂਦਾ। ਹੁਕਮ ਪਛਾਣ ਤਾਂ ਖਸਮੇ ਮਿਲਣ। ਜਦੋਂ ਪਰਮਾਤਮਾ ਦੇ ਹੁਕਮ ਦੀ ਪਹਿਚਾਣ ਹੋ ਜਾਂਦੀ ਹੈ, ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਣ ਲੱਗਦਾ, ਫਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ। ਅਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ ਸੀ, ਇਸ ਲਈ ਪਰਮਾਤਮਾ ਨੇ ਸਾਨੂੰ ਆਪਣੇ ਘਰੋਂ ਕੱਢਤਾ। ਜਦ ਦਫਾ ਅਸੀਂ ਹੋ ਗਏ ਛੁੱਟੜ। ਅਸੀਂ ਉਦੋਂ ਦੇ ਛੁੱਟੜ ਹਾਂ। ਜਿਵੇਂ ਕੋਈ ਪਤੀ ਆਪਣੀ ਘਰ ਵਾਲੀ ਨੂੰ ਰੱਖੇ ਨਾ ਕਿ ਜਾ ਭੱਜ, ਤਲਾਕ ਵੀ ਨਾ ਦੇਵੇ ਅਤੇ ਘਰ ਵੀ ਨਾ ਰੱਖੇ, ਫਿਰ ਉਹਨੂੰ ਕੀ ਕਹਿੰਦੇ ਨੇ? ਛੁੱਟੜ। ਹੋਰ ਕੀ ਕਹਿੰਦੇ ਨੇ? ਦੁਹਾਗਣ। ਅਸੀਂ ਪਹਿਲਾਂ ਪਰਮਾਤਮਾ, ਕਿਉਂਕਿ ਅਸੀਂ ਉਹਦੇ ਅੰਸ਼ ਹਾਂ, ਅਸੀਂ ਉਹਦੇ ਨਾਲ ਹੀ ਸੀ, ਪਰ
ਸਾਡੇ 'ਚ ਹੋਂ ਭਾਵ ਆਉਣ ਕਰਕੇ ਅਸੀਂ ਪਰਮਾਤਮਾ ਦਾ ਕਹਿਣਾ ਮੰਨਣਾ ਬੰਦ ਕਰਤਾ, ਆਪਣੀ ਮਰਜ਼ੀ ਕਰਨੀ ਸ਼ੁਰੂ ਕਰਤੀ। ਉਹਨੇ ਸਾਨੂੰ ਆਪਣੇ ਘਰੋਂ ਕੱਢ ਕੇ ਭੱਜੋ। ਹੁਣ ਜਦੋਂ ਉਹਦਾ ਹੁਕਮ ਮੰਨਣਾ ਸ਼ੁਰੂ ਕਰ ਦੇਵਾਂਗੇ ਫਿਰ ਉਹ ਕਹੇ ਕੋਈ ਨਹੀਂ ਠੀਕ ਹੈ ਭਾਈ ਆ ਜਾਓ, ਫਿਰ ਸਾਨੂੰ ਮਨਾ ਲਏਗਾ। ਇੱਕ ਬੀਬੀ ਆ ਗਈ, ਕਹਿੰਦੇ ਮੈਨੂੰ 20 ਸਾਲ ਹੋ ਗਏ ਆਪਣੇ ਘਰ ਨੂੰ ਛੱਡ ਕੇ ਆਏ ਹਾਂ। ਮੈਂ ਵੀ ਤੂੰ ਕਿਉਂ ਛੱਡ ਕੇ ਆਈ ਬਈ, ਤੂੰ ਕਿਉਂ ਛੱਡ ਕੇ ਆਈ ਹੈ? ਜੇ ਮੈਂ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਵਸਣਾ ਚਾਹੁੰਦੀ ਹਾਂ, ਮੈਂ ਭਾਈ ਆਪਣੇ ਮਾਂ ਪਿਓ ਜਾਂ ਹੋਰਾਂ ਨੂੰ ਭੇਜ ਦਿਓ ਵੀ ਸਾਡੀ ਕੁੜੀ ਭਾਈ ਤੇਰੇ ਤੋਂ ਮਾਫੀ ਮੰਗ ਲੈਂਦੀ ਹੈ ਅਤੇ ਤੂੰ ਉਹਨੂੰ ਦੁਬਾਰਾ ਵਸਾ ਲੈ। ਆਹੀ ਹੋ ਸਕਦਾ। ਜੇ ਉਹਨੇ ਮਾਫੀ ਨਾ ਦਿੱਤੀ ਫਿਰ ਆ ਕੇ ਮੇਰੇ ਤੋਂ ਪਾਠ ਲੈ ਜੀ। ਉਹ ਜਦੋਂ ਪਾਠ ਕਰੇਗੀ ਗੁਰੂ ਮਹਾਰਾਜ ਉਹਨੂੰ ਸਮਝਾ ਦੇਣਗੇ। ਉਹ ਤਾਂ ਸਾਰਿਆਂ ਦੇ ਅੰਦਰ ਹੀ ਬੈਠੇ ਨੇ, ਉਹਦੀ ਕੁੰਡੀ ਜੀ ਮਰੋੜ ਦੇਣਗੇ। ਉਹ ਕਿ ਚੱਲ ਆ ਜਾ ਫਿਰ ਤਾਂ ਚਲੀ ਜਾ। ਦੁਹਾਗਣ ਸੀ ਨਾ, ਇਸ ਕਰਕੇ ਦੁਖੀ ਸੀ। ਨਾ ਉਹਨੇ ਤਲਾਕ ਲਿਆ ਨਾ ਉਹਨੇ ਲਿਆ, ਨਾ ਉਹਨੇ ਦੁਬਾਰਾ 20 ਸਾਲਾਂ 'ਚ ਵਿਆਹ ਕਰਾਇਆ ਨਾ ਉਹਨੇ ਕਰਾਇਆ। ਮੇਰੇ ਬ੍ਰਦਰ ਦਾ 1980 ਦੇ ਵਿੱਚ ਤਲਾਕ ਹੋ ਗਿਆ। ਮੈਂ ਉੱਥੇ ਹੀ ਸੀ ਉਦੋਂ। ਮੈਂ ਹੀ ਦੋਨਾਂ ਨੂੰ ਬਿਠਾ ਕੇ ਲੈ ਕੇ ਗਿਆ ਸੀ ਬੱਸ 'ਚ। ਆਪਸੀ ਸਹਿਮਤੀ ਨਾਲ ਹੋਇਆ। ਇਹ ਨਹੀਂ ਕਿ ਉਹ ਪੇਕੇ ਚਲੀ ਗਈ ਅਤੇ ਫਿਰ ਉਹ ਤੋਂ ਤਲਾਕ ਪਾਤਾ। ਨੋ, ਦੋਨੋਂ ਹੀ ਇੱਕ ਦੂਜੇ ਤੋਂ ਤਲਾਕ ਲੈਣਾ ਚਾਹੁੰਦੇ ਸਨ। ਮੈਂ ਦੋਨਾਂ ਨੂੰ ਹੀ ਲੈ ਗਿਆ। 3 ਬੱਚੇ ਉਹਨਾਂ ਦੇ, 2 ਮੁੰਡੇ 1 ਕੁੜੀ। ਉਹਨਾਂ ਨੂੰ ਬੱਸ 'ਚ ਬਿਠਾਇਆ, ਕੈਥਲ ਆਇਆ। ਕੈਥਲ ਸਾਨੂੰ ਜ਼ਿਲ੍ਹਾ ਲੱਗਦਾ ਸੀ, ਕੋਰਟ 'ਚ ਚਲੇ ਗਏ। ਵਕੀਲ ਕੀਤਾ, ਅਰਜ਼ੀ ਦੇਤੀ। ਜੱਜ ਨੇ ਦੋਨਾਂ ਨੂੰ ਸੱਦਿਆ। ਕਹਿੰਦੇ ਭਾਈ ਤੁਹਾਡੇ 3 ਬੱਚੇ ਨੇ, ਹੁਣ ਤੁਸੀਂ ਤਲਾਕ ਲੈਂਦੇ ਚੰਗੇ ਨਹੀਂ ਲੱਗਦੇ, ਜੋ ਬਾਹਰ ਸੋਚ ਲਓ। ਬਾਹਰ ਭਈ ਤਾਂ ਸੋਚਿਆ ਤਾਂ ਪਹਿਲਾਂ ਹੀ ਸੀ। 5 ਮਿੰਟਾਂ ਬਾਅਦ ਫਿਰ ਚਲੇ ਗਏ। ਉਹ ਕਹਿੰਦੇ ਭਾਈ ਨਹੀਂ, ਵੱਡੇ ਵੱਡੇ ਬੱਚੇ ਨੇ, ਅੱਛਾ ਨਹੀਂ ਲੱਗਦਾ ਅਤੇ ਤੁਸੀਂ ਤਲਾਕ ਨਾ ਲਓ, ਫਿਰ ਸੋਚ ਲਓ। ਫਿਰ ਬਾਹਰ ਭੇਜਦੇ, ਫਿਰ ਚਲੇ ਗਏ। ਜੱਜ ਨੇ ਸੋਚਿਆ ਇਹਨਾਂ ਤਲਾਕ ਜ਼ਰੂਰ ਲੈਣਾ। ਜੱਜ ਕਹਿੰਦਾ ਵੀ ਬੀਬੀ ਇਹ ਤਾਂ ਟੀਚਰ ਲੱਗੇ ਨੇ ਸਰਕਾਰੀ, ਇਹ ਤਾਂ ਕਮਾ ਕੇ ਖਾ ਲੈਣਗੇ, ਤੂੰ ਤਾਂ ਕੋਈ ਸਰਵਿਸ ਨਹੀਂ ਕਰਦੀ, ਤੂੰ ਕਿੱਥੋਂ ਖਾਏਂਗੀ? ਕਹਿੰਦੀ ਮੇਰੇ ਪਿਤਾ ਦੇ 21 ਕਿੱਲੇ ਜ਼ਮੀਨ, ਸਾਨੂੰ 3 ਭਰਾਵਾਂ ਨੂੰ 7 ਕਿੱਲੇ ਆਉਂਦੀ ਹੈ। ਸਾਡਾ ਭਰਾ ਕੋਈ ਨਹੀਂ, ਮੈਨੂੰ 7 ਕਿੱਲੇ ਜ਼ਮੀਨ ਆਉਂਦੀ ਹੈ, ਮੈਂ ਆਪਣਾ ਗੁਜ਼ਾਰਾ ਕਰ ਲਾਂਗਾ। ਕਹਿੰਦੇ ਠੀਕ ਹੈ। ਵੱਡੇ ਮੁੰਡੇ ਨੂੰ ਕਹਿੰਦੇ ਬੋਲ ਬਈ ਤੂੰ ਕਿਹਦੇ ਨਾਲ ਰਹਿਣਾ? ਕਹਿੰਦਾ ਮੈਂ ਆਪਣੇ ਡੈਡੀ ਨਾਲ ਰਹਿਣਾ। ਬ੍ਰਦਰ ਪੁੱਛਿਆ ਤੁਸੀਂ ਇਸਨੂੰ ਰੱਖਣ ਨੂੰ ਤਿਆਰ ਹੋ? ਉਹ ਕਹਿੰਦੇ ਹਾਂ। ਕਹਿੰਦੇ ਆ ਇੱਧਰ ਹੋ ਜਾ। ਦੂਜੇ ਨੂੰ ਪੁੱਛਿਆ, ਦੂਜੀ ਕੁੜੀ ਸੀ ਵੱਡੀ, ਹਾਂ ਬੀਬਾ ਤੂੰ ਕਿਹਦੇ ਨਾਲ ਰਹਿਣਾ? ਕਹਿੰਦੇ ਮੈਂ ਮਾਂ ਨਾਲ ਰਹਿਣਾ। ਮਾਂ ਨੂੰ ਪੁੱਛਿਆ, ਕਹਿੰਦੇ ਹਾਂ ਮੈਂ ਰੱਖਣ ਨੂੰ ਤਿਆਰ। ਤੀਜਾ ਮੁੰਡਾ ਸੀ, ਕਾਕਾ ਤੂੰ ਕਿਹਦੇ ਨਾਲ ਰਹਿਣਾ? ਕਹਿੰਦਾ ਮੈਂ ਵੀ ਮਾਂ ਨਾਲ ਰਹਿਣਾ। ਉਹ ਕਹਿੰਦਾ ਤੂੰ ਰੱਖਣਾ ਇਹਨੂੰ? ਕਹਿੰਦੇ ਹਾਂ ਰੱਖਣਾ। ਚਲੋ ਠੀਕ ਹੈ। ਜੱਜ ਨੇ ਦਸਖਤ ਕੀਤੇ, ਇੱਕ ਕਾਪੀ ਬ੍ਰਦਰ ਨੂੰ ਦਿੱਤੀ, ਇੱਕ ਮੇਰੀ ਭਰਜਾਈ ਨੂੰ ਦਿੱਤੀ, ਇੱਕ ਉੱਤੇ ਫਾਈਲ ਚਲਾ ਲਈ। ਸ਼ਾਮ ਬੱਸ 'ਚ ਬਿਠਾਇਆ, ਉਹ ਸਾਰਿਆਂ ਨੂੰ ਫਿਰ ਘਰ ਲੈ ਆਇਆ। ਹੈ ਨਾ ਅਜੀਬ, ਘਰ ਲੈ ਆਇਆ। ਦੋਨੋਂ ਫਿਰ ਜਿਹੜਾ ਹੈ ਜੋ ਸਮਾਨ ਸੀ ਭਰਜਾਈ ਦਾ, ਮੈਂ ਛੋਟੇ ਭਰਾ ਨੂੰ ਕਿਹਾ ਵੀ ਟਰੱਕ ਘਰ, ਇਹਦਾ ਸਮਾਨ ਇਹਨੂੰ ਅਤੇ ਇਹਦੇ ਬੱਚਿਆਂ ਨੂੰ ਇਹਦੇ ਪੇਕੇ ਛੱਡਿਓ। ਉਹ ਛੱਡੇ। ਨਾ ਬ੍ਰਦਰ ਨੇ ਦੁਬਾਰਾ ਸ਼ਾਦੀ ਕਰਾਈ ਅਤੇ ਨਾ ਭਰਜਾਈ ਨੇ ਕਰਾਈ। 20 ਸਾਲ ਲੰਘ ਗਏ। ਰਿਸ਼ਤੇਦਾਰ ਵਿੱਚ ਪੈ ਗਏ ਵੀ ਯਾਰ ਨਾ ਤੂੰ ਸ਼ਾਦੀ ਕਰਾਈ ਅਤੇ ਨਾ ਉਹਨੇ ਕਰਾਈ, ਤੁਸੀਂ ਫਿਰ ਇਕੱਠੇ ਹੋ ਜਾਓ। ਅਤੇ ਉਹ ਫਿਰ ਇਕੱਠੇ ਹੋ ਗਏ। ਸੋ ਪਰਮਾਤਮਾ ਜਦੋਂ ਚਾਹੁੰਦਾ ਅੱਡ ਕਰ ਦਿੰਦਾ, ਜਦੋਂ ਚਾਹੁੰਦਾ ਇਕੱਠੇ ਕਰ ਦਿੰਦਾ। ਤਾਂ ਸੋ ਅਸੀਂ ਪਰਮਾਤਮਾ ਦੀ ਨਹੀਂ। ਤਾਂ ਮੈਂ ਉਸ ਕੁੜੀ ਨੂੰ ਕਿਹਾ, ਫਿਰ ਮੈਨੂੰ ਆਪਣੇ ਭਰਾ ਦਾ ਸਾਰਾ ਵੀ ਇਹਨੂੰ ਵੀ 20 ਸਾਲ ਹੋ ਗਏ ਨੇ, ਨਾ ਇਹਦੇ ਘਰ ਨੇ ਵਿਆਹ ਕਰਾਇਆ, ਨਾ ਇਹਨੇ ਕਰਾਇਆ, ਨਾ ਤਲਾਕ ਲਿਆ। ਮੈਂ ਬਈ ਹੁਕਮਨਾਮਾ ਲਿਆ, ਉਹ 'ਚ ਆਸ ਇਹਨਾਂ ਦਾ ਆਪਸੀ ਪਿਆਰ ਹੋ ਸਕਦਾ। ਮੈਂ ਭਾਈ ਹੋ ਸਕਦਾ, ਤੁਸੀਂ ਆਪਣਾ ਬਣਾ ਲਓ। ਐਂ ਹੀ ਪਰਮਾਤਮਾ ਜਿਹੜਾ ਕਹਿੰਦਾ ਵੀ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ, ਮੈਂ ਤਾਂ ਤੁਹਾਨੂੰ ਆਪਣੇ ਘਰੋਂ ਕੱਢਿਆ, ਤੁਸੀਂ ਮੇਰਾ ਹੁਕਮ ਮੰਨਣ ਲੱਗ ਜਾਓ, ਫਿਰ ਮੇਰੇ ਘਰ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ। ਆਹ ਸਮਝਾਇਆ ਇਸ ਦੇ ਵਿੱਚ ਗੁਰੂ ਮਹਾਰਾਜ ਨੇ।
ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮ ਮਿਲਣਾ। ਜਦੋਂ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਜਾਣ ਲੈਂਦਾ, ਫਿਰ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ